सार न जाना तेरी सब ते बड़ा सतगुर नानक जिन कल रखी मेरी सब ते वड्डा सतगुर नानक जिन कल रखी मेरी साहिब श्री गुरु ग्रंथ साहब सच्चे पातशाह जी की पावन पवित्र हजूरी दे विच जुड़ बैठे गुरु प्यारिओ, आप सारे ही अति सत्कारयोग धनता दे योग हो। बड़े भाग ने सतगुरां दी पावन ते पवित्र निੱਘੀ गोद विच बैठण दा सुभाग प्राप्त होया। आओ जो रोज़ की तरह गुरु की पावन बाणी साहिब श्री गुरु नानक देव महाराज जी का इतिहास आपां सरवण करते आ रहे हाँ। गुरु नानक पातशाह जी के जीवन का जो सफ़र है, उस सफ़र दे विचों असीं अपने जीवन दे विच सुन के समझ के जिंदगी जिउण दा बाला जिहड़ा वो सीखना है। गुरु कृपा करे। विचार की आरंभता तो पहला आपस में गुरफतेह की सांझ पाउणी। सब ने बोलना जी आखिओ वाहिगुरू जी का खालसा वाहिगुरू जी की फतेह। पिछलेरी विचार दे विच गुरु नानक पातशाह जी के जीवन दियां जो आपां कौतक उन्हां दी जीवन दी भाव मनुखता नूं सुधारन दी विधि तरीका वो सरवण कीता। किस तरह धन गुरु नानक देव महाराज जी ने सच का प्रचार शुरू करन तो पहला बेई नदी का वरतांत, सच का हुक्का शमशान भूमि कब्रस्तान दे विच, फिर सतगुरु पातशाह जी अपने गृह माता नानकी जी के घर विच पूरे परिवार, रिश्तेदार, सहुरा परिवार, अपने सारे ही अंगी साथी जिन्हें भी ने सब दे विचकार पातशाह ने फैसला किया जो आपां उदासियां दे नाल जानते हाँ। बाबे भेख बनाया उदासी की रीत चलाई, रीत चलाउण दा फैसला। उहदे विच माता नानकी जी दे कोलों पातशाह ने उन्हां दी कमाई विचों कुछ रुपये लेके जिहड़ी रबाब आ वो मंगवाई पिंड भैरोवाल फरंदे दे पासों। ते पातशाह ने उस तो बाद अपने घर दे विचों अज रवानगी करनी है सच का होका मारन दे लई, भुल्ली भटकी लुकाई नूं असली रस्ते ते चढ़ाउण दे लई। इत्थों तक आपां विचार सुनी सी। इस तो अगे धन गुरु नानक देव महाराज जी जदों अपने घर सुल्तानपुर की धरती तो प्रचारक दौरा शुरू करते हैं तो एक दो मिनटां दे लई आपां सारियां ने अपने दिमाग दे
ਇੱਕ ਖਿਆਲ ਬਣਾ ਕੇ ਵੇਖਣਾ, ਅੱਜ ਪੁੱਤ ਪਰਦੇਸੀ ਹੋਣ ਜਾ ਰਿਹਾ ਗਾ, ਤੇ ਜਦੋਂ ਆਪਣੇ ਘਰ ਦੇ ਵਿੱਚੋਂ ਨਾ ਆਪਣਾ ਲਾਡਲਾ, ਆਪਣਾ ਪੁੱਤ ਦੂਰ ਨੇੜੇ ਦੁਨਿਆਵੀ ਤਲ ਤੇ ਦੁਨਿਆਵੀ ਰੀਤ ਦੇ ਮੁਤਾਬਕ ਕਮਾਈ ਦੇ ਲਈ ਜਾਂਦਾ ਗਾ, ਤੇ ਸਾਡੇ ਪਰਿਵਾਰ ਦਾ ਉਸ ਟਾਈਮ ਤੇ ਜਿਹੜਾ ਹਾਲ ਆ ਉਹ ਕਿਹੋ ਜਿਹਾ ਹੁੰਦਾ। ਤੇ ਹੁਣ ਆਪਾਂ ਵੀ ਵੇਖੋ ਇੱਕ ਵਾਰੀ ਜ਼ਰੂਰ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਆਪਣੇ ਪਰਿਵਾਰ ਸਮੇਤ ਆਪਣੇ ਸਾਰੇ ਹੀ ਅੰਗੀ ਸਾਥੀ, ਬਾਬਾ ਮਰਦਾਨਾ ਜੀ ਦਾ ਪਰਿਵਾਰ, ਆਪਣੀ ਭੈਣ ਦਾ ਪਰਿਵਾਰ, ਸਹੁਰਾ ਪਰਿਵਾਰ, ਆਪਣਾ ਪਰਿਵਾਰ, ਸਾਰਿਆਂ ਨੂੰ ਛੱਡ ਕੇ ਜਾ ਰਹੇ ਨੇ। ਇੱਕ ਵਾਰ ਆਪਾਂ ਵੇਖਣਾ ਕੀ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਆਪ ਨੂੰ ਪੁੱਛੋ ਕਿ ਆਪਣੇ ਪੁੱਤ ਨੂੰ ਤੋਰਨ ਵੇਲੇ ਮਾਤਾ ਤ੍ਰਿਪਤਾ ਦਾ ਦਿਲ ਕੀ ਕਹਿੰਦਾ ਹੋਵੇਗਾ, ਪਿਤਾ ਕਾਲੂ ਦਾ ਦਿਲ ਅੰਦਰ ਦੀ ਬਾਤ ਕੀ ਕਹਿੰਦੀ ਹੋਵੇਗੀ, ਭੈਣ ਨਾਨਕੀ ਦੇ ਅੰਦਰੋਂ ਕੀ ਖਿਆਲ ਆਉਂਦੇ ਹੋਣੇ ਨੇ। ਜੈ ਰਾਮ, ਸੱਸ ਮਾਂ ਚੰਦੂ ਰਾਣੀ, ਸਹੁਰਾ ਪਿਤਾ ਮੂਲ ਚੰਦ, ਕੀ ਦਿਮਾਗ ਦੇ ਵਿੱਚ ਖਿਆਲ ਆਉਂਦੇ ਹੋਣਗੇ। ਇੱਕ ਵਾਰੀ ਜ਼ਰੂਰ ਵੇਖੇ, ਪੁੱਤ ਪਰਦੇਸੀ ਹੋਣ ਜਾ ਰਿਹਾ। ਅੱਜ ਆਮ ਗੱਲ ਨਹੀਂ, ਗਿਆ ਤੇ ਆਇਆ। ਅੱਜ ਸੱਚ ਦਾ ਹੋਕਾ ਮਾਰਨ ਦੇ ਲਈ ਜਾਨ ਤਲੀ ਤੇ ਧਰਨੀ ਪੈਣੀ ਆ। ਆਪਣੇ ਸਿਰ ਦੇ ਉੱਪਰ ਕੱਫਣ ਬੰਨ੍ਹਣਾ ਪਿਆ। ਸੱਚ ਦੀ ਗੱਲ ਐਵੇਂ ਥੋੜ੍ਹੀ ਹੋ ਜਾਂਦੀ ਆ, ਜਿਵੇਂ ਆਪਣੀਆਂ ਸੱਥਾਂ 'ਚ ਗੱਲਾਂ ਚੱਲਦੀਆਂ, ਘਰਾਂ 'ਚ ਗੱਲਾਂ ਚੱਲਦੀਆਂ ਵੀ ਇੱਦਾਂ ਹੀ ਸੱਚ ਦੀ ਗੱਲ ਹੋ ਜੂ। ਨਾ, ਸੱਚ ਦੀ ਗੱਲ ਕਰਨ ਦੇ ਲਈ ਸਿਰ 'ਤੇ ਕੱਫਣ ਧਰਨਾ ਪੈਂਦਾ। ਤੇ ਉਹ ਬਾਬੇ ਨਾਨਕ ਨੇ ਆਪਣੇ ਸਿਰ 'ਤੇ ਕੱਫਣ ਬੰਨ੍ਹ ਲਿਆ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਹੁਣ ਉਸ ਟਾਈਮ ਤੇ ਪਰਿਵਾਰ ਦੀ ਇੱਕ ਅੰਦਰੂਨੀ ਹਾਲਤ ਨੂੰ ਆਪਾਂ ਮਹਿਸੂਸ ਕਰਕੇ ਵੇਖੀਏ ਵੀ ਕੀ ਬਣਦੀ ਹੋਊਗੀ। ਚਲੋ, ਇਸ ਤੋਂ ਅਗਲਾ ਪੜਾਅ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵਿਦਵਾਨਾਂ ਦੇ ਕਥਨ ਮੁਤਾਬਕ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਲਿਖਤ ਦੇ ਅਨੁਸਾਰ ਆਪਾਂ ਨੂੰ ਪਤਾ ਦੀਪਾਲਪੁਰ ਦੇ ਵਿੱਚ ਹੁੰਦਾ ਗਾ। ਉਹ ਦੀਪਾਲਪੁਰ ਵਾਲੀ ਜਿਹੜੀ ਅੱਜ ਦੀ ਥਾਂ ਗੀ, ਉਹ ਕਿਹੜੀ ਥਾਂ ਗੀ? ਉਹ ਜਿੱਥੇ ਅੱਜ ਕੱਲ੍ਹ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਜਿਸ ਧਰਤੀ 'ਤੇ ਸਾਡਾ ਕੇਂਦਰੀ ਸਥਾਨ, ਜਿਹੜਾ ਸਿੱਖ ਧਰਮ ਦਾ ਧੁਰਾ, ਸਿੱਖ ਧਰਮ ਦੀ ਇਉਂ ਕਹਿ ਲਓ ਜਾਨ ਆ, ਦਰਬਾਰ ਸਾਹਿਬ ਹਰਿਮੰਦਰ ਸਾਹਿਬ। ਉਸ ਥਾਂ 'ਤੇ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਪਹਿਲਾ ਪੜਾਅ ਕੀਤਾ। ਮੰਨਿਆ ਜਾਂਦਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਥੇ ਕਈ ਕਿਸਮ ਦੇ ਸੱਜਣ ਮਿੱਤਰ ਪਿਆਰੇ ਆ ਕੇ ਮਿਲੇ ਪਹਿਲਾਂ ਪੜਾਅ ਨੂੰ, ਜਿਹਦੇ ਵਿੱਚ ਇੱਕ ਵਿਸ਼ੇਸ਼ ਤੌਰ 'ਤੇ ਇੱਥੋਂ ਦਾ ਚੌਧਰੀ ਆਉਂਦਾ। ਉਹਨੇ ਵੀ ਆ ਕੇ ਇੱਥੇ ਆਪਣੀ ਮਿਲਣੀ ਕੀਤੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਾਲ, ਜਿਹਦਾ ਇਤਿਹਾਸ ਨੇ ਨਾਮ ਜੈ ਸਿੰਘ ਲਿਖਿਆ। ਤੇ ਉਸ ਕੋਲੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਗਤ ਦੇ ਕੁਝ ਛਕਣ ਦੇ ਲਈ ਪਦਾਰਥ ਵੀ ਮੰਗਵਾਏ। ਉਹ ਪਦਾਰਥ ਕਿਹੜੇ ਸਨ? ਉਹ ਪਦਾਰਥ ਸੀ ਖੰਡ, ਆਟਾ, ਦੇਸੀ ਘਿਓ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸੇ ਹੀ ਅਸਥਾਨ 'ਤੇ ਫਿਰ ਤਿਹਾਵਲ ਤੋਂ ਭਾਵ ਇੱਕੋ ਜਿਹੇ ਤਿੰਨੇ ਪਦਾਰਥਾਂ ਦਾ ਇੱਕ ਬਣਿਆ ਹੋਇਆ ਪਦਾਰਥ, ਤਿੰਨੇ ਚੀਜ਼ਾਂ ਇੱਕੋ ਜਿਹੀਆਂ ਪਈਆਂ।
ਉਹਦੇ ਵਿੱਚ ਕੋਈ ਵੱਧ ਘੱਟ ਨਹੀਂ, ਬਰੋਬਰ ਦੀ ਖੰਡ, ਆਟਾ, ਦੇਸੀ ਘਿਓ। ਉਹਨਾਂ ਵਕਤਾਂ ਦੇ ਵਿੱਚ ਮੰਨ ਲਓ ਮਿੱਠਾ ਮੰਗਵਾਇਆ, ਜਿਹੜਾ ਜ਼ਿਕਰ ਆਉਂਦਾ ਮਿੱਠੇ ਦਾ, ਸ਼ੱਕਰ ਮੰਗਵਾਈ ਜਾਂ ਗੁੜ ਮੰਗਵਾਇਆ। ਤੇ ਇਸ ਟਾਈਮ ਤੇ ਸਤਿਗੁਰਾਂ ਨੇ ਇੱਥੇ ਪ੍ਰਸ਼ਾਦ ਤਿਆਰ ਕੀਤਾ ਤੇ ਸਮੁੱਚੀ ਸੰਗਤ ਨੇ ਪ੍ਰਸ਼ਾਦ ਛਕਿਆ। ਤੇ ਇਹ ਪ੍ਰਸ਼ਾਦ ਦੀ ਜਿਹੜੀ ਵਰਤਾਂਤ ਆ, ਇਹ ਜਸਵੰਤ ਸਿੰਘ ਨੇਕੀ ਦੀ ਲਿਖੀ ਹੋਈ ਬੁੱਕ ਆ ਗਈ, ਕਿਤਾਬ ਆ ਜਿਹਦਾ ਨਾਮ ਹੈ ਅਰਦਾਸ। ਤੇ ਜਿੱਥੇ ਜ਼ਿਕਰ ਆਉਂਦਾ ਨਾ ਦੇਗ, ਤੇਗ ਫਤਿਹ, ਦੇਗ ਵਾਲੇ ਪੁਆਇੰਟ ਦੇ ਵਿੱਚ ਇਹ ਵਰਤਾਂਤ ਦਿੱਤਾ ਗਾ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਤਿਹਾਵਲ ਪ੍ਰਸ਼ਾਦ ਆਪਣੇ ਹੱਥੀਂ ਸਭ ਤੋਂ ਪਹਿਲਾਂ ਆਪ ਤਿਆਰ ਕੀਤਾ। ਸੰਗਤ ਨੇ ਬੜਾ ਜੀ ਲਾ ਕੇ ਛਕਿਆ। ਗੁਰੂ ਪਾਤਸ਼ਾਹ ਨੇ ਸੰਗਤ ਨੂੰ ਛਕਾਇਆ ਆਪਣੇ ਹੱਥੀਂ ਬਣਾ ਕੇ, ਕੜਾਹ ਪ੍ਰਸ਼ਾਦ ਕਹਿ ਲਓ। ਤੇ ਉਸ ਟਾਈਮ ਤੇ ਮਰਦਾਨੇ ਨੂੰ ਸਾਡੀ ਜਿਹੜੀ ਸੋਚ ਆ, ਜਿਹੜੀ ਸਾਡੀ ਬੁੱਧੀ ਆ, ਇਹ ਭੁੱਖਾ ਮੰਨਦੀ ਆ ਵੀ ਉਹ ਭੁੱਖਾ ਹੀ ਸੀ 24 ਘੰਟੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਹੱਥ ਟੱਡੇ ਰਹਿੰਦੇ, ਆਹ ਛਕਣਾ, ਉਹ ਛਕਣਾ, ਆਹ ਛਕਣਾ। ਨਹੀਂ, ਉਹ ਭੁੱਖਾ ਨਹੀਂ, ਉਹ ਰੱਜਿਆ ਹੋਇਆ। ਉਹ ਭੁੱਖਾ ਨਹੀਂ, ਉਹ ਮਰਦਾਨੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਨਾ ਆਪਣੇ ਸਿਰ ਤੇ ਕਫਨ ਬੰਨ੍ਹਿਆ, ਸੱਚੀਆਂ ਗੱਲਾਂ ਕਰਨ ਦੇ ਲਈ, ਸੱਚ ਬੋਲਣ ਦੇ ਲਈ, ਯੁਰਤ ਨਾਲ ਉਪਦੇਸ਼ ਕਰਨ ਤੇ ਕਰਵਾਉਣ ਦੇ ਲਈ। ਪਰ ਸਾਡੀ ਸੋਚ ਇੱਕ ਵਾਰੀ ਮੰਨ ਲੈਂਦੀ ਆ, ਪਰ ਇੱਥੇ ਸਾਨੂੰ ਵੇਖਣਾ ਪੈਣਾ। ਤੇ ਉਸ ਟਾਈਮ ਤੇ ਸਮੁੱਚੀ ਸੰਗਤ ਦੇ ਸਮੇਤ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਸਾਰੇ ਇਕੱਠੇ ਬੋਲਦੇ ਨੇ, ਸੱਚੇ ਪਾਤਸ਼ਾਹ ਇਹ ਪਦਾਰਥ ਕੀ ਆ? ਬੜਾ ਸਵਾਦ ਵਾਲਾ ਪਦਾਰਥ ਆ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਗਾ? ਇਹ ਪ੍ਰਸ਼ਾਦ। ਤੇ ਪ੍ਰਸ਼ਾਦ ਦਾ ਅਰਥ ਜਦੋਂ ਆਪਾਂ ਮਹਾਨ ਕੋਸ਼ ਦੇ ਵਿੱਚੋਂ ਨਾ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖੀ ਹੋਈ ਮਾਰਦੰਡ ਭਾਗ ਪਹਿਲਾ ਤੇ ਦੂਜਾ ਦੇ ਵਿੱਚੋਂ ਪੜ੍ਹਦੇ ਆ, ਤੇ ਇੱਕ ਤਾਂ ਗੁਰ ਪ੍ਰਸਾਦ ਆ, ਇੱਕ ਓੰਕਾਰ ਜਾਂ ਸਤਿਗੁਰ ਪ੍ਰਸਾਦ, ਤੇ ਇੱਕ ਹੁੰਦਾ ਪ੍ਰਸ਼ਾਦ। ਪ੍ਰਸ਼ਾਦ ਇੱਕ ਛਕਣ ਵਾਲਾ, ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਭਜਨ ਗੁਰਬਾਣੀ। ਫਿਰ ਉੱਥੇ ਪਾਤਸ਼ਾਹ ਨੇ ਜ਼ਿਕਰ ਕੀਤਾ ਭਾਈ ਸੰਗਤੇ, ਇਹ ਵੀ ਇੱਕ ਗੁਰੂ ਦੀ ਕਿਰਪਾ ਨਾਲ ਬਣਿਆ ਹੋਇਆ ਪਦਾਰਥ ਆ, ਰੱਬ ਦੀ ਕਿਰਪਾ ਨਾਲ ਬਣਿਆ ਹੋਇਆ ਪਦਾਰਥ ਆ। ਬਾਬੇ ਨਾਨਕ ਨੇ ਨਹੀਂ ਕਿਹਾ ਵੀ ਕੜਾਹ ਪ੍ਰਸ਼ਾਦ ਮੈਂ ਬਣਾਤਾ, ਦੁਨੀਆ ਦੇ ਵਿੱਚੋਂ ਨਵੇਕਲੀ ਚੀਜ਼ ਬਣਾਤੀ ਨਾ, ਮੈਂ ਹੀ ਨਹੀਂ ਲਿਆਂਦੀ। ਕਹਿੰਦੇ ਗੁਰੂ ਦੀ ਕਿਰਪਾ ਨਾਲ ਬਣਿਆ, ਰੱਬ ਦੀ ਕਿਰਪਾ ਨਾਲ ਬਣਿਆ। ਫਿਰ ਇਹਦਾ ਨਾਂ ਕੀ ਰੱਖਿਆ? ਪ੍ਰਸ਼ਾਦ। ਦੇਗ, ਦੇਗ ਉਹ ਹੁੰਦੀ ਆ ਜਿਹੜਾ ਖੁੱਲੇ ਭਾਂਡੇ ਵਾਲਾ ਮੂੰਹ ਹੋਵੇ, ਜਿਹਦੇ ਵਿੱਚ ਵੇਖਣ ਨੂੰ ਤੇ ਵਰਤਾਉਣ ਨੂੰ ਕੋਈ ਦਿੱਕਤ ਨਾ ਆਵੇ। ਵੇਖਣ ਦੇ ਲਈ ਵੀ ਇੱਕੋ ਜਿਹਾ ਭੋਜਨ ਦਿੰਦਾ, ਤੇ ਵਰਤਾਉਣ ਦੇ ਲਈ, ਕੱਢਣ ਦੇ ਲਈ ਉਹਦਾ ਮੂੰਹ ਭੀੜਾ ਨਹੀਂ, ਉਹਦਾ ਮੂੰਹ ਖੁੱਲਾ, ਅੰਦਰੋਂ ਵੀ ਖੁੱਲਾ ਤੇ ਮੂੰਹ ਵੀ ਖੁੱਲਾ, ਉਹਨੂੰ ਦੇਗ ਕਹਿੰਦੇ ਨੇ। ਮਤਲਬ ਜਿਸ ਭਾਂਡੇ ਦੇ ਵਿੱਚ ਤਿਆਰ ਹੋਇਆ ਉਹ ਦੇਗ ਹੈ, ਤੇ ਪ੍ਰਸ਼ਾਦ ਵਿੱਚ ਤਿਆਰ ਹੋਇਆ, ਜਿਹਨੂੰ ਆਪਾਂ ਆਮ ਤੌਰ ਤੇ ਖੁੱਲੇ ਭਾਂਡੇ ਜਿਹੜੇ ਦੇਗੇ ਹੁੰਦੇ ਨੇ ਉਹਨਾਂ ਨੂੰ ਦੇਗੇ ਵੀ ਕਹਿ ਦਿੰਦੇ ਆ। ਫਿਰ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੜਾਹ ਪ੍ਰਸ਼ਾਦ ਦਾ ਨਾਮ ਆਪਣੇ ਵੱਲੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਰੱਖਿਆ ਜੀ। ਇਹ ਗੁਰੂ ਦੀ ਕਿਰਪਾ ਸਦਕਾ, ਰੱਬ ਦੀ ਕਿਰਪਾ ਸਦਕਾ ਤਿਆਰ ਹੋਇਆ। ਤੇ ਰੱਬ ਦੀ ਕਿਰਪਾ ਨੂੰ ਬਾਣੀ 'ਚ ਇੱਕ ਨਹੀਂ ਅਨੇਕਾਂ ਵਾਰੀ ਗੁਰਪ੍ਰਸਾਦ ਲਿਖਿਆ, ਤੇ ਉੱਥੇ ਗੁਰਪ੍ਰਸਾਦ ਤੇ ਇੱਥੇ ਕੜਾਹ ਪ੍ਰਸ਼ਾਦ। ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਰੱਬੀ ਸ਼ੁਕਰਾਨਾ ਕਰਕੇ ਸੰਗਤ ਨੂੰ ਵਰਤਾਇਆ। ਉਸ ਟਾਈਮ ਤੇ ਸੰਗਤਾਂ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਸੀ। ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਪੜਾਅ ਤੇ ਬੇਨਤੀ ਕੀ ਕੀਤੀ ਹੈ? ਸੱਚੇ ਪਾਤਸ਼ਾਹ ਮਰਦਾਨਾ ਵੀ ਕੋਲ ਨੇ, ਕਹਿੰਦੇ ਸਵਾਦ ਬੜਾ ਬਣਿਆ, ਇਹੋ ਜਿਹਾ ਪ੍ਰਸ਼ਾਦ ਤਾਂ ਨਾ ਰੋਜ਼ਾਨਾ ਹੀ ਮਿਲਣਾ ਚਾਹੀਦਾ। ਹੁਣ ਸੰਗਤ ਜੀ ਆਪਾਂ ਇੱਕ ਵਾਰੀ ਨਾ ਆਪਣੀ ਸੁਰਤ ਦੀ ਅੱਖ ਨਾਲ ਜ਼ਰੂਰ ਵੇਖੋ ਇਸ ਵਰਤਾਂਤ ਨੂੰ, ਕਿ ਗੁਰੂ ਸਾਹਿਬ ਨੇ ਸਹਿਜ ਸੁਭਾਅ ਕਿਹਾ ਗਾ ਭੋਗ ਤੇ ਮੋਖ ਦਾ ਪ੍ਰਵਾਹ ਇੱਥੇ 24 ਘੰਟੇ ਚੱਲੇਗਾ। ਜਿੱਥੇ ਬੈਠੇ ਆ ਨਾ ਗੁਰੂ ਪਾਤਸ਼ਾਹ, ਉਹ ਜਗ੍ਹਾ ਕਿਹੜੀ ਹੈ? ਦਰਬਾਰ ਸਾਹਿਬ ਵਾਲੀ। ਭੋਗ ਤੇ ਮੋਖ, ਭੋਗ ਮੀਨਜ਼ ਪ੍ਰਸ਼ਾਦ,
मोख मुक्ति का प्रसाद। 2 पॉइंट बन गए, भजन ते भोजन। एक गल होर देखो, किसी ने बड़ी वड्डी बख्शिश की आ साडे सारिਆਂ ते। 3 अखरी भजन नूं लगदे आ, भब्बा जज्जा नन्ना भजन, ते 3 अखरी भोजन नूं लगदे आ। एक लां दा फर्क हैगा, भो जां भब्बा कल्ला भा। हुण सतगुरु पातशाह ने इत्थे बख्शिश की आ, भजन ते भोजन 24 घंटे वरते गए थे। तो देखो जो गुरु नानक साहब ने कहा, अज वो सच्चा जां झूठा आपां निगाह मार के वेखनी है। अज मेरे बापू दे घरों ना असीं खुशी च जाइए चाहे गमी च जाइए, भजन भी मिलता सानू ते सानू भोजन भी मिलता। 2 चीज़ां मिलदियां ने। पूरी दुनिया दे विच भजन ते भोजन इकट्ठे नहीं मिलते, पर मेरे मालक दे घर मिलता है। भावें खुशी आ ते भावें गमी आ, प्रसाद अपने घर विच तैयार होंदा। ते तैयार करना भी चाहिए। प्रसाद तैयार करन तो गुरेज नहीं करनी चाहिए, मतलब ढिल नहीं वरतनी चाहिए। जो मेरे मालक ने बख्शिश की है, भजन ते भोजन की दात उत्थे अज भी मिलती है। हुण इस गल नूं आपां नोट कर लईए। सब तो पहला कड़ाह प्रसाद धन गुरु नानक देव महाराज ने आप खुद अपने हत्थां दे नाल तैयार किया, वचन किया, भजन ते भोजन इथों 24 घंटे मिलेगा, भोग ते मोख इथों 24 घंटे मिलेगा। वो जगह किहड़ी आ जो रामदास महाराज जी की बख्शिश, गुरु अर्जन साहब महाराज जी की बख्शिश, धन गुरु नानक देव महाराज जी की बख्शिश, धन गुरु तेग बहादुर महाराज, अनेकां ही रब्बी प्यारियां की बख्शिश, अनेकां ही शहीदां ते ਸਿੰਘਣੀਆਂ की बख्शिश, वो है हरमंदर साहब। ताइयों जदों भी अटैक हुंदा ना तो दरबार साहब ते करते नेगे। ते क्यों करते ने? क्योंकि वो साडा मुढ़ा, साडा वो हिरदा कह लो, साडा वो दिल कह लो, साडा वो सीना कह लो, वो साडा केंद्रीय स्थान है। इस तो बाद अगली वरतांत, अगला गुरदेव पातशाह जी का जो पड़ाव है। चलो मैं माफ़ी मंग के गल करांगा। बहुते विद्वानां की लिखत होर तरह की हुंदी है ते बहुतियां दी होर तरह की हुंदी आ। क्योंकि जिहड़ी कलम आ ना, ये कलम दे विच ताकत बहुत आ, पर कलम चलाउण वाला जिहड़ा व्यक्ति है ना, वो शुद्ध इंसाफ करन वाला होवे। कलम चल जांदी आ, पर कलम चलाउण वाला कलम वर्गा जीवन बना के रखे। कई बार ना कलम तो शुद्ध ही लिखती है, कलम अशुद्ध नहीं लिख देगी, पर कलम चलाउण वाले दे अंदर बहुत वड्डे पुट्ठे ख्याल बन जाते हैं, जिन्हां दे वो सदका कलम नूं गलत वरतों कर जाता। ते कलम की गलत वरतों पूरी मनुखता दे लई घाण आ। वो आपां वेखदे हां भी साडा इतिहास किवें रलगड्ड कीता, साडे इतिहास दे विच किवें बुरे ढंग नाल कलम चली आ। उस कलम तो आपां सुचेत होना गा। मेरे कहण तो भाव सी बहुतिआं ने पहला पड़ा लाहौर नूं भी लिखिआ ते बहुतिआं ने पहला पड़ा ये भी लिखिआ, पर पहला दीपालपुरी का पड़ा मन्निआ जावेगा। क्यों? क्योंकि सुल्तानपुर तो दरबार साहब थोड़ी दूर आ, बहुती दूर नहीं है। अपने परिवार नूं छड्ड के गुरु साहब जी का पहला पड़ा। दूसरा पड़ा धन गुरु नानक देव महाराज जी, फिर आपां नूं पता लाहौर दे विच चले गए। इत्थे काफ़ी दिनों का वरतांत दस्सिआ इतिहासकारां ने भी कई दिन गुरु पातशाह जी इत्थे रहे। लाहौर दे विच संगतां आउंदियां, गुरु पातशाह कीर्तन करते हैं, उस अकाल पुरख वाहिगुरू जी का जस करते हैं। उन्हां संगतां दे विच ना एक लाहौर का धनाड़ व्यक्ति है, अमीर व्यक्ति आ। ते सच्चाई ये है भी जदों किते इकट्ठ होवे ना, अमीर पुरख जां कोई जिहड़ा चौधरी होवे ना, लीडर होवे, वो उत्थे आ ही जांदा हुंदा। चाहे तो सद्दे तो आ जाए, चाहे उई आ जाए। आउंदा उन्ना टाइम ही हुंदा जिन्ना टाइम चौधर होवे। जे चौधर खुस जे ना, फिर उहनूं हट जांदा। अज दे समय मुताबक ये कह सकते हैं, बंदा अपना मूँह विखाउण आउंदा भी हाँ भाई मैं आया गा, ठीक है ना। हुण इत्थे वो भी आया
ਜਦੋਂ ਆਇਆ ਗੁਰੂ ਨਾਨਕ ਸਾਹਿਬ ਦੇ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਸ਼ਕਤੀ ਮੀਨ ਤਾਕਤ ਕਿੰਨੀ ਆ। ਗੁਰੂ ਨਾਨਕ ਸਾਹਿਬ ਦੇ ਦਰ ਤੇ ਜਦੋਂ ਆਇਆ ਨਾ, ਗੁਰੂ ਨੇ ਕੀ ਕਿਹਾ, ਇੱਥੇ ਸੋਚਿਓ ਥੋੜਾ ਜਿਹਾ। ਗੁਰੂ ਕਹਿੰਦਾ, ਆਓ ਜੀ ਕੰਗਾਲ ਜੀ ਕਿਵੇਂ ਆਏ ਹੋ। ਉਹ ਕੌਣ ਵਿਅਕਤੀ ਆ? ਜਿਹੜਾ ਸੇਠ ਦੁਨੀ ਚੰਦ ਲਾਹੌਰ ਦਾ ਅਮੀਰ ਆ। ਇਹ ਆਮ ਵਿਅਕਤੀ ਨਹੀਂ, ਇੱਕ ਇਹ ਅਮੀਰਾਂ ਦੀ ਲਿਸਟ ਵਿੱਚ ਬਹੁਤ ਵੱਡੇ ਧਨਾੜ ਵਿਅਕਤੀਆਂ ਦੇ ਵਿੱਚੋਂ ਇੱਕ ਪ੍ਰਮੁੱਖ ਵਿਅਕਤੀ ਆ। ਤੇ ਗੁਰੂ ਸਾਹਿਬ ਕਹਿੰਦੇ ਕੀ ਨੇ? ਉਸ ਨੂੰ ਕਹਿੰਦੇ ਨੇ, ਆਓ ਕੰਗਾਲ ਜੀ ਕਿਵੇਂ ਆਏ ਹੋ। ਇੱਥੇ ਜਿੰਨੀ ਸੰਗਤ ਬੈਠੀ ਹੈ ਨਾ, ਉਹ ਵੀ ਹੈਰਾਨ ਆ ਵੀ ਗੁਰੂ ਸਾਹਿਬ ਕੰਗਾਲ ਕਹਿੰਦੇ ਨੇ ਇਹਨੂੰ। ਤੇ ਜਿਹਨੂੰ ਕੰਗਾਲ ਕਿਹਾ ਉਹਦੇ ਦਿਲ ਤੇ ਕੀ ਬੀਤਦੀ, ਉਹ ਆਪਾਂ ਖੁਦ ਸੋਚ ਕੇ ਵੇਖੋ। ਇੱਕ ਮਿੰਟ ਨਾ ਇੱਥੋਂ ਇਤਿਹਾਸ ਤੋਂ ਆਪਾਂ ਪਾਸੇ ਹਟ ਕੇ ਥੋੜੀ ਜੀ ਆਪਣੇ ਵੱਲ ਨਿਗਾਹ ਮਾਰ ਕੇ ਵੇਖੀਏ ਕਿ ਸਾਡੇ ਵਿੱਚ ਅੱਜ ਇਹ ਜੁਰਤ ਗੁਰੂ ਦੀ ਕਿਰਪਾ ਸਦਕਾ ਹੈ ਵੀ ਅਸੀਂ ਕਿਸੇ ਨੂੰ ਕਹਿ ਦਈਏ ਵੀ ਤੇਰੇ 'ਚ ਆਹ ਨੁਕਸਾ, ਜਦੋਂ ਇੱਥੇ ਆਵੇ ਬੰਦਾ ਨਹੀਂ ਕਿਹਾ ਨਹੀਂ ਜਾਂਦਾ, ਹੈ ਨਾ। ਗੁਰੂ ਕਹਿ ਦਿੰਦਾ ਗਾ। ਗੁਰੂ ਤਾਂ ਨਾ ਸੱਚੀ ਜਾਣਿਓ, ਜਿਹੜਾ ਰੋਜ਼ਾਨਾ ਦਾ ਹੁਕਮਨਾਮਾ ਹੁੰਦਾ ਨਾ, ਇਹ ਹਰ ਇੱਕ ਮਨੁੱਖ ਤੇ ਢੁਕਦਾ। ਹਰ ਇੱਕ ਮਨੁੱਖ ਤੇ ਗੁਰੂ ਰੋਜ਼ ਪੁੱਛ ਕੱਢਦਾ ਵੀ ਤੁਹਾਡਾ ਰੋਜ਼ ਦਾ ਜੀਵਨ, ਤੁਹਾਡੇ ਅੰਦਰ ਦਾ ਜਿਹੜਾ ਵਿਚਾਰ ਆ ਉਹ ਕਿਹੋ ਜਿਹਾ। ਤੇ ਫਿਰ ਉਹਨੂੰ ਆਪਾਂ ਆਪਣੇ ਤੇ ਢਾਲ ਕੇ ਵੇਖਣਾ ਹੁੰਦਾ। ਜਿੰਨੇ ਵਿਅਕਤੀਆਂ ਦੇ ਕੰਨਾਂ ਵਿੱਚ ਪਵੇ ਤੇ ਉਹਨੂੰ ਆਪਾਂ ਆਪਣੇ ਤੇ ਲਾਗੂ ਕਰਕੇ ਵੇਖਣਾ ਹੁੰਦਾ ਗਾ। ਹੁਣ ਆਪਾਂ ਨੂੰ ਪਤਾ ਨਾ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਦੁਨੀ ਚੰਦ ਆਇਆ ਤੇ ਉਹਨੂੰ ਕੰਗਾਲ ਕਿਹਾ। ਤੇ ਕਦੇ ਗੁਰੂ ਨਾਨਕ ਦੇ ਸਿੱਖ ਗੁਰੂ ਨਾਨਕ ਵਾਂਗੂ ਬੋਲਣ ਲੱਗ ਜਾਣਗੇ। ਪਿਓ ਦੀ ਆਦਤ ਹੁੰਦੀ ਹੈ, ਪਿਓ ਦਾ ਸੁਭਾਅ ਹੁੰਦਾ ਗਾ, ਜਿਹੜਾ ਸਿਆਣਾ ਬਾਪ ਆ ਨਾ, ਵੀ ਮੇਰਾ ਪੁੱਤ ਮੇਰੇ ਵਰਗਾ ਹੀ ਬਣੇ। ਮਾਂ ਦੇ ਅੰਦਰੂਨੀ ਪੱਖ ਹੁੰਦੇ ਨੇ ਵੀ ਮੇਰਾ ਪੁੱਤ ਮੇਰੇ ਵਰਗਾ ਹੀ ਬਣੇ, ਜਿਹੜੀ ਚੰਗਿਆਈ ਦੇ ਤੱਥਾਂ ਨੂੰ ਸਮਝਣ ਵਾਲੀ ਮਾਂ ਗੀ। ਤੇ ਹੁਣ ਬਾਬੇ ਨਾਨਕ ਦਾ ਵੀ ਚੇਤਾ ਕਰਦੇ ਹੀ ਹੈ ਨਾ, ਮੇਰਾ ਪੁੱਤ ਮੇਰੇ ਵਰਗਾ ਹੀ ਬਣੇ। ਜਿਹੜੇ ਮਰਦਾਨੇ ਨੂੰ ਸਾਡੀ ਇਤਿਹਾਸ ਦੀ ਕਲਮ ਨੇ ਭੁੱਖਾ ਵਿਖਾਇਆ ਨਾ, ਡਰਿਆ ਉਹ ਵੀ ਨਹੀਂ ਕਿਸੇ ਤੋਂ, ਨਾ ਬਾਬਰ ਤੋਂ, ਨਾ ਕਿਸੇ ਹੋਰ ਦੁਨੀ ਚੰਦ ਵਰਗੇ ਸੇਠ ਤੋਂ, ਨਾ ਜੋਗੀਆਂ ਤੋਂ, ਨਾ ਸਿੱਧਾਂ ਤੋਂ। ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਇਤਿਹਾਸ ਵਾਚ ਕੇ ਵੇਖਾਂਗੇ। ਮਰਦਾਨੇ ਨੇ ਡਰ ਹੀ ਨਹੀਂ ਮੰਨਿਆ ਕਿਸੇ ਦਾ। ਨਹੀਂ, ਆਮ ਤੌਰ ਤੇ ਨਾ ਜਿਹੜਾ ਦਿਹਾੜੀਦਾਰ ਪਰਿਵਾਰ ਹੋਵੇ ਉਹਦੇ ਅੰਦਰ ਦੀ ਕਮਜ਼ੋਰੀ ਹੁੰਦੀ ਹੈ, ਉਹ ਕਿਸੇ ਮੂਹਰੇ ਬੋਲਦਾ ਨਹੀਂ। ਜੇ ਮੂਹਰਲੇ ਬੰਦੇ ਦੀ ਨਾ, ਅਮੀਰ ਬੰਦੇ ਦੀ, ਸੌਖੇ ਬੰਦੇ ਦੀ ਗਲਤੀ ਵੀ ਹੋਵੇ ਤਾਂ ਵੀ ਉਹ ਗਲਤੀ ਨੂੰ ਗਲਤੀ ਨਹੀਂ ਕਹਿੰਦਾ, ਆਪਣੇ ਸਿਰ ਗਲਤੀ ਲਾ ਲੈਂਦਾ ਵੀ ਚਲੋ ਕੋਈ ਨਾ ਯਾਰ ਮੇਰੀ ਗਲਤੀ ਆ, ਮੈਂ ਗਰੀਬ ਹਾਂ, ਟਾਈਮ ਪਾਸ ਕਰਨਾ ਗਾ। ਬਾਬੇ ਨਾਨਕ ਨੇ ਤਾਂ ਕਿਸੇ ਤੋਂ ਕੀ ਝਿਫਣਾ। ਬਾਬੇ ਨਾਨਕ ਦਾ ਸਾਥੀ ਵੀ ਨਹੀਂ ਝਿਫਦਾ ਗਾ, ਉਹ ਵੀ ਨਹੀਂ ਡਰਦਾ ਨਾ। ਕੀ ਡਰ ਆ ਮੈਨੂੰ, ਮੇਰੀ ਯਾਰੀ ਕਿਹਦੇ ਨਾਲ ਪਈ ਵੀ ਆ, ਮੇਰੀ ਉਂਗਲ ਕਿਹਨੇ ਫੜੀ ਆ। ਗੁਰੂ ਨਾਨਕ ਸਾਹਿਬ ਨੇ ਕਾਸ਼ ਕਦੇ ਸਾਡਾ ਜੀਵਨ ਵੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਜੀ ਵਰਗਾ ਬਣ ਜਾਵੇ। ਹੁਣ ਜਦੋਂ ਦੁਨੀ ਚੰਦ ਆਇਆ ਨਾ, ਗੁਰੂ ਸਾਹਿਬ ਕਹਿੰਦੇ, ਆਓ ਜੀ ਕੰਗਾਲ ਜੀ ਕੀ ਹਾਲ ਨੇ, ਕਿਵੇਂ ਆਏ ਹੋ, ਕਿੱਦਾਂ ਆਉਣੇ ਹੋਏ। ਤੇ ਆਪਾਂ ਨੂੰ ਇੱਥੇ ਕਹਿਣਾ ਪਊਗਾ, ਬੇਸ਼ੱਕ ਦੁਨੀ ਚੰਦ ਅਮੀਰ ਆ, ਬੇਸ਼ੱਕ ਦੁਨੀ ਚੰਦ ਹੰਕਾਰੀ ਆ, ਕਿਉਂਕਿ ਅਮੀਰ ਬੰਦਾ ਹੰਕਾਰੀ ਹੋ ਜਾਂਦਾ ਭਾਈ, ਕੁਦਰਤੀ ਗੱਲ ਆ। ਹੰਕਾਰੀ ਆ, ਅਮੀਰ ਆ, ਪੂਰੀ ਲਾਹੌਰ ਦੇ ਵਿੱਚ ਇਹਦਾ ਨਾਂ ਚੱਲਦਾ, ਆਮ ਵਿਅਕਤੀ ਨਹੀਂ, ਖਾਸ ਵਿਅਕਤੀ ਆ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਹਿਰਦੇ ਚੋਂ ਕਹਿਣਾ ਪਵੇਗਾ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਤੁਹਾਡੇ ਤਿੱਖੇ ਬੋਲਾਂ 'ਚ ਕਿੱਡੀ ਸ਼ਕਤੀ ਆ। ਜਿਹੜੇ ਵਿਅਕਤੀ ਨੂੰ ਤੁਸੀਂ ਕੰਗਾਲ ਕਹਿ ਕੇ ਪੁਕਾਰਦੇ ਹੋ, ਲੋਕ ਉਹਨੂੰ ਅਮੀਰ ਕਹਿੰਦੇ ਨੇ, ਲੋਕ ਉਹਦੇ ਗੋਡੀ ਹੱਥ ਲਾਉਂਦੇ ਨੇ, ਤੇ ਤੁਸੀਂ ਪਰਵਾਹ ਨਹੀਂ ਕੀਤੀ, ਬਿਨਾਂ ਪਰਵਾਹ ਤੋਂ ਉਲਟਾ ਉਹਨੂੰ ਉਹਨਾਂ ਦੇ ਦਿਮਾਗ ਮੁਤਾਬਕ ਪੁੱਠਾ ਬੋਲਦੇ ਹੋ। ਤੇਰੇ ਦਿਮਾਗ ਮੁਤਾਬਕ ਤਾਂ ਸਹੀ ਆ, ਪਰ ਉਹ ਲੋਕਾਂ ਦੇ ਦਿਮਾਗ ਮੁਤਾਬਕ ਤੇ ਉਹ ਦੁਨੀ ਚੰਦ ਦੀ ਬੁੱਧੀ ਮੁਤਾਬਕ ਤੁਸੀਂ ਪੁੱਠਾ ਬੋਲ ਰਹੇ ਹੋ। ਤੇ ਸੱਚੇ ਪਾਤਸ਼ਾਹ, ਤੁਹਾਡੇ ਉਹ ਪੁੱਠੇ ਬੋਲਾਂ ਵਿੱਚ ਹੀ ਕਿੰਨੀ ਸ਼ਕਤੀ ਆ, ਜਿਨ੍ਹਾਂ ਨੇ ਦੁਨੀ ਚੰਦ ਦਾ ਜੀਵਨ ਬਦਲ ਕੇ ਰੱਖ ਦਿੱਤਾ। ਕਿਵੇਂ ਬਦਲਿਆ? ਗੁਰੂ ਨਾਨਕ ਸਾਹਿਬ ਨੇ ਨਾ ਇੱਕ ਨੁਕਤਾ ਵਰਤਿਆ। ਕਦੋਂ? ਜਦੋਂ ਕੰਗਾਲ ਜਿਹਨੂੰ ਕਿਹਾ ਨਾ ਦੁਨੀ ਚੰਦ ਨੂੰ, ਉਹ ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਪਤਾ ਨਹੀਂ ਲੱਗਿਆ ਤੁਸੀਂ ਕੀ ਕਿਹਾ, ਦੁਬਾਰੇ ਬੋਲੋ ਨਾ। ਦੁਬਾਰਾ ਫਿਰ ਗੁਰੂ ਸਾਹਿਬ ਨੇ ਉਹੀ ਗੱਲ ਰਿਪੀਟ ਕੀਤੀ, ਕਹਿੰਦਾ, ਕੰਗਾਲਾ ਕਿਵੇਂ ਆ?
ਉਹ ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਭੁਲੇਖਾ, ਮੈਂ ਕੰਗਾਲ ਨਹੀਂ, ਮੈਂ ਤਾਂ ਅਮੀਰ ਬਹੁਤ ਹਾਂ, ਅਮੀਰ ਬਹੁਤ ਆ ਮੈਂ। ਗੁਰੂ ਸਾਹਿਬ ਕਹਿੰਦੇ ਤਾਈਓ ਤਾਂ ਤੈਨੂੰ ਕੰਗਾਲ ਕਿਹਾਗਾ ਜੇ ਤੂੰ ਅਮੀਰ ਆਂਗਾ। ਅਜੇ ਅੰਦਰ ਕੀ ਹੈ? ਮੈਂ ਤਾਂ ਬਹੁਤ ਅਮੀਰ ਆ, ਮੈਂ ਕੰਗਾਲ ਕਿੱਥੇ ਆ? ਗੁਰੂ ਨਾਨਕ ਸਾਹਿਬ ਕਹਿੰਦੇ ਤਾਈਓ ਤੈਨੂੰ ਕੰਗਾਲ ਕਿਹਾ ਨਾ ਵੀ ਜੇ ਤੇਰੇ ਅੰਦਰ ਮੈਂ ਆ। ਆਓ ਦੇਖ ਇਹ ਕਿੱਥੇ ਬੈਠੇ ਗੁਰੂ ਸਾਹਿਬ? ਦੁਨੀ ਚੰਦ ਦੇ ਬਾਰਗੇ ਬੈਠੇ ਨੇਗੇ, ਅਮੀਰ ਪੁਰਖ ਦੇ ਬਾਰਗੇ। ਪੜਾ ਕੀਤਾ ਵਾ ਮੇਰੇ ਪਾਤਸ਼ਾਹ ਦਾ। ਕਹਿੰਦਾ ਆਓ ਦੇਖ ਮੇਰੇ ਮਕਾਨ, ਮੇਰੀ ਹਵੇਲੀ ਵੱਲ ਨਿਗਾਹ ਮਾਰ ਕੇ ਵੇਖ, 7 ਝੰਡੇ ਗੱਡੇ ਪਏ ਨੇਗੇ। ਤੇ ਉਹਨਾਂ ਟਾਈਮਾਂ ਦੇ ਵਿੱਚ ਮੰਨਿਆ ਜਾਂਦਾ, ਦੇਖੋ ਅਮੀਰ ਵਿਅਕਤੀ ਜਿਹੜਾ ਲੱਖ ਦੀ ਜਿਹਦੇ ਕੋਲੇ ਪ੍ਰਾਪਰਟੀ ਹੈ ਨਾ, 1 ਝੰਡਾ, 2 ਲੱਖ ਦੀ ਆ 2 ਝੰਡੇ, 3 ਲੱਖ ਦੀ ਆ 3 ਝੰਡੇ, ਤੇ 4 ਲੱਖ ਦੀ ਆ 4 ਝੰਡੇ। ਇਹ ਦੁਨੀ ਚੰਦ ਦੇ ਘਰ ਤੇ 7 ਝੰਡੇ ਝੂਲਦੇ ਸੀ। ਤੇ ਉਹ 7 ਝੰਡੇ 7 ਲੱਖ ਨੂੰ ਕਹਿੰਦੇ ਸੀ ਵੀ ਇਹ ਬਹੁਤ ਵੱਡਾ ਅਮੀਰ ਆ। 7 ਲੱਖ ਮਤਲਬ ਜਿਹਨੂੰ ਅੱਜ ਆਪਾਂ ਕਹਿੰਦੇ ਕਰੋੜਾਂ ਪਤੀ, ਅਰਬਾਂ ਪਤੀ, ਖਰਬਾਂ ਪਤੀ ਆ। ਉਹਨਾਂ ਟਾਈਮਾਂ ਦੇ ਵਿੱਚ ਲੱਖਾਂ ਪਤੀ ਸੀ ਉਹ। ਤੇ ਉਹਨਾਂ ਟਾਈਮਾਂ 'ਚ ਲੱਖਾਂ ਪਤੀ ਹੋਣਾ ਬਹੁਤ ਵੱਡੀ ਗੱਲ ਸੀ, ਬਹੁਤ ਜ਼ਿਆਦਾ ਵੱਡੀ ਗੱਲ। ਜਿਨ੍ਹਾਂ ਟਾਈਮਾਂ 'ਚ ਇੱਕ ਪੈਸੇ ਦੀ ਕੀਮਤ ਸੀ ਨਾ, ਤੇ ਲੱਖਾਂ ਦੀ ਕੀਮਤ ਕਿੰਨੀ ਹੋਵੇਗੀ ਅੰਦਾਜ਼ਾ ਆਪਾਂ ਲਾਉਣਾ। ਅੱਜ ਦੇ ਸਮੇਂ ਮੁਤਾਬਕ ਉਹ ਲੱਖ ਨਹੀਂ ਵੇਖਣਗੇ, ਅੱਜ ਦੇ ਸਮੇਂ ਮੁਤਾਬਕ ਤਾਂ ਉਹ ਅਰਬਾਂ ਰੁਪਈਆ ਸੀ। ਗੁਰੂ ਸਾਹਿਬ ਕਹਿੰਦੇ ਤਾਈਓ ਤੈਨੂੰ ਕੰਗਾਲ ਕਿਹਾਗਾ ਭਾਈ। ਹੁਣ ਆਪਣੀ ਅਮੀਰੀ ਨੂੰ ਪ੍ਰਗਟ ਕਰਨ ਦੇ ਲਈ ਉਹਨਾਂ ਟਾਈਮਾਂ ਦੇ ਵਿੱਚ ਘਰਾਂ ਤੇ ਝੰਡੇ ਲਾਏ ਜਾਂਦੇ ਸੀ ਜਿਹੜਾ ਬੰਦਾ ਅਮੀਰ ਹੁੰਦਾ। ਤੇ ਅੱਜ ਅਮੀਰੀ ਨੂੰ ਪ੍ਰਗਟ ਕਰਨ ਦੇ ਲਈ ਸਾਡੇ ਕੋਲ ਸਾਧਨ ਬਹੁਤ ਆ, ਵੱਡੀਆਂ ਗੱਡੀਆਂ, ਵੱਡੇ ਵੱਡੇ ਮਕਾਨ, ਹੋਰ ਰੰਗ ਢੰਗ, ਚੱਲਣ ਦਾ ਆਵਾਜ਼, ਬੈਠਣ ਦਾ, ਖਾਣ ਦਾ, ਪੀਣ ਦਾ, ਵਿਆਹ ਸ਼ਾਦੀਆਂ ਦਾ, ਅਮੀਰੀ ਨੂੰ ਪ੍ਰਗਟ ਕਰਨ ਦੇ ਲਈ ਅੱਜ ਦੇ ਸਾਧਨ ਬਹੁਤ ਨੇਗੇ। ਪਰ ਉਹਨਾਂ ਟਾਈਮਾਂ ਦੇ ਵਿੱਚ ਝੰਡਿਆਂ ਵਾਲੀ ਇਹ ਕਹਾਵਤ ਪ੍ਰਸਿੱਧ ਸੀ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਗੱਲ ਕਹੀ ਤਾਈਓ ਤੈਨੂੰ ਕੰਗਾਲ ਕਿਹਾ ਨਾ, ਉਹ ਹੈਰਾਨ। ਚਲੋ ਕੋਈ ਗੱਲ ਨਹੀਂ, ਤੁਹਾਡੀ ਗੱਲ 'ਚ ਕੋਈ ਰਮਜ ਹੋਵੇਗੀ, ਬੋਲਿਆ ਨਹੀਂ। ਗੁਰੂ ਸਾਹਿਬ ਨੇ ਕੀਰਤਨ ਦੀ ਕਲਾਸ ਮਤਲਬ ਕਿ ਕੀਰਤਨ ਦਾ ਦੀਵਾਨ ਸੰਪੂਰਨ ਕੀਤਾ ਤੇ ਆਪਣੇ ਵੱਲੋਂ ਨਾ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਆ। ਇਹ ਤੁਸੀਂ ਕਹਾਣੀ ਬੜੇ ਵਾਰੀ ਸੁਣੀ ਹੋਵੇਗੀ, ਪਰ ਵਾਹਿਗੁਰੂ ਕਿਰਪਾ ਕਰੇ ਸੁਣੀ ਬਹੁਤ ਵਾਰੀ ਹੋਵੇਗੀ। ਆਪਾਂ ਇਹਦੇ ਵਿੱਚੋਂ ਸਿੱਖਿਆ ਲੈਣੀ ਆ। ਸਿੱਖਿਆ ਕੀ ਲੈਣੀ ਆ? ਪਹਿਲਾਂ ਤਾਂ ਇਉਂ ਹੀ ਦੇਖੋ ਵੀ ਗੁਰੂ ਸਾਹਿਬ ਨੇ ਸੂਈ ਕਿਉਂ ਦਿੱਤੀ। ਆਪਾਂ ਬਹੁਤ ਵਾਰੀ ਸੁਣਦੇ ਆ ਨਾ, ਗੁਰੂ ਕੋਲੇ ਆ ਕੇ ਕਹੋ ਵੀ ਕਿਉਂ ਹੋਈ ਆ ਗੱਲ, ਕਿਵੇਂ ਹੋਈ, ਕਿੱਦਾਂ ਹੋਈ। ਗੁਰੂ ਕਿਉਂ, ਕਿਵੇਂ ਪੁੱਛਦਾ ਵੀ ਮੈਨੂੰ ਆ ਕੇ ਪੁੱਛ ਵੀ ਇਹ ਗੱਲ ਕਿਉਂ ਆ, ਕਿਵੇਂ ਆ। ਹੁਣ ਸੂਈ ਥਾਂ ਤੇ ਗੁਰੂ ਸਾਹਿਬ ਡੰਡਾ ਵੀ ਦੇ ਸਕਦੇ ਸੀ, ਕੋਈ ਕੈਂਚੀ ਵੀ ਦੇ ਸਕਦੇ ਸੀ ਨਾ। ਕੋਈ ਹੋਰ ਸਾਧਨ ਆਪਣੇ ਕੋਲੋਂ ਗੜਵਾ ਦੇ ਦਿੰਦੇ, ਕੋਈ ਵਾਟੀ ਦੇ ਦਿੰਦੇ, ਕੋਈ ਕੰਬਲ ਦੇ ਦਿੰਦੇ, ਕੋਈ ਲੋਈ ਦੇ ਦਿੰਦੇ, ਕੁਝ ਵੀ ਦੇ ਸਕਦੇ ਸੀ। ਸੂਈ ਦਾ ਦੂਜਾ ਰੂਪ ਕੈਂਚੀ ਵੀ ਦੇ ਸਕਦੇ ਸੀ, ਪਰ ਨਹੀਂ। ਗੁਰੂ ਸਾਹਿਬ ਨੇ ਭਾਈ ਦੁਨੀ ਚੰਦ ਨੂੰ, ਸੇਠ ਨੂੰ ਇੱਕ ਸੂਈ ਦਿੱਤੀ। ਕਹਿੰਦਾ ਦੁਨੀ ਚੰਦ ਠੀਕ ਆ, ਤੂੰ ਅਮੀਰ ਬਹੁਤ ਆ, ਮੰਨਿਆ, ਤੂੰ ਦੱਸਤਾ ਆਪਣੀ ਅਮੀਰੀ ਦਾ ਪ੍ਰਗਟਾਵਾ ਕਰ ਦਿੱਤਾ ਵੀ ਮੇਰੇ ਘਰ ਤੇ ਦੇਖ 7 ਝੰਡੇ ਝੂਲਦੇ ਨੇ ਤੇ ਮੈਂ ਬਹੁਤ ਵੱਡਾ ਅਮੀਰ ਆ, ਬੜੀ ਪ੍ਰਾਪਰਟੀ ਇਕੱਠੀ ਕੀਤੀ ਆ, ਬੜੇ ਰੁਪਈਏ ਇਕੱਠੇ ਕੀਤੇ ਨੇ। ਪਰ ਤੈਨੂੰ ਨਾ ਮੈਂ ਇੱਕ ਥੋੜਾ ਜਿਹਾ ਕੰਮ ਕਹਿਣਾਗਾ, ਜੇ ਕਰੇਗਾ। ਉਹ ਕੰਮ ਕਿਹੜਾ? ਆ ਮੇਰੇ ਵੱਲੋਂ ਸੂਈ ਲੈ ਲਾ ਤੇ ਤੈਥੋਂ ਨਾ ਮੈਂ ਜਾ ਕੇ ਆਪੇ ਕਿਤੇ ਅੱਗੇ ਫੜ ਲਵਾਂਗਾ। ਹੁਣ ਇਹ ਨਹੀਂ ਗੁਰੂ ਸਾਹਿਬ ਨੇ ਕਿਹਾ ਵੀ ਆਪਾਂ ਅੱਗੇ ਇਕੱਠੇ ਹੋਵਾਂਗੇ ਫੜ ਲਵਾਂਗਾ ਨਾ। ਉਹ ਤਾਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨਾ। ਹੁਣ ਸਾਡੇ ਇੱਥੇ ਬਾਬੇ ਕਈ ਵਾਰ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਅਗਲੇ ਜਨਮ 'ਚ ਆਪਾਂ ਇਕੱਠੇ ਹੋਵਾਂਗੇ, ਉੱਥੇ ਸੂਈ ਲੈ ਲੂੰ ਮੈਂ ਨਾ। ਅਗਲੇ ਜਨਮ ਦੀ ਕੋਈ ਗੱਲ ਨਹੀਂ। ਗੁਰੂ ਸਾਹਿਬ ਤਾਂ ਕਹਿੰਦੇ ਉਹੀ ਗੁਰੂ ਕੀ ਕਹਿੰਦਾ, ਅਗਲੀ ਕਿਛ ਖਬਰ ਨਾ ਪਾਈ। ਜੇ ਆਪਾਂ ਕਹਿੰਦਾ ਗੁਰੂ ਨਾਨਕ ਕਹਿੰਦੇ ਅਗਲੇ ਜਨਮ 'ਚ ਲੈ ਲਾਂਗੇ, ਫਿਰ ਬਾਣੀ ਗਲਤ ਹੋ ਗਈ। ਬਾਣੀ 'ਚ ਕੀ ਲਿਖਿਆ? ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰੇ ਭੀ ਉਠ ਸਦਾਈ। ਹੁਣ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਜਿੱਦੇ ਤੂੰ ਚੜ੍ਹਾਈ ਕਰ ਗਿਆ ਨਾ, ਉਦੋਂ ਬਾਅਦ ਮੈਂ ਤਾਂ ਇੱਥੋਂ ਲੈ ਲੂੰ, ਕੋਈ ਗੱਲ ਨਹੀਂ, ਮੈਂ ਤਾਂ ਇੱਥੋਂ ਆਪੇ ਹੀ ਲੈ ਲੂੰ ਸੂਈ। ਇਹ ਲਊਂਗਾ ਉਹਦੇ ਜਿੱਦੇ ਤੂੰ ਚੜ੍ਹਾਈ ਕਰ ਗਿਆ, ਉਹਦੇ ਨਾਲ ਲੈ ਜੀ ਤੂੰ ਸੂਈ। ਇਹ ਜਿੱਦੇ ਤੂੰ ਛੱਡ ਗਿਆ ਨਾ ਸਰੀਰ, ਉਹਦੇ ਤੂੰ ਨਾਲ ਲੈ ਜੀ ਸੂਈ, ਤੇ ਉਹਦੇ ਮੈਂ ਤਾਂ ਇੱਥੋਂ ਆਪੇ ਹੀ ਅੱਗੇ ਜਾ ਕੇ ਕਿਤੇ ਕਿਸੇ ਇੱਧਰ ਉੱਧਰ ਨਾ ਟੇਢੇ ਵਿੰਗੇ ਰਸਤਿਆਂ 'ਚ ਆਪੇ ਫੜ ਲਵਾਂਗਾ। ਮਤਲਬ ਉਹਨੂੰ ਅਹਿਸਾਸ ਕਰਵਾਉਣਾ ਸੀ ਕਿਸ ਚੀਜ਼ ਦਾ? ਵੀ ਜਿੰਨਾ ਕੁਛ ਤੂੰ ਇਕੱਠਾ ਕਰ ਰਿਹਾ ਹੈਗਾ, ਇਹ ਤੇਰੇ ਨਾਲ ਨਹੀਂ ਜਾਣਾ। ਭੋਜਨ ਦਾ ਪ੍ਰਬੰਧ ਤੂੰ ਬਹੁਤ ਕਰੀ ਬੈਠਾਂਗਾ, ਆਪਣੇ ਪੁੱਤਰਾਂ ਦਾ, ਆਪਣੇ ਪੋਤਰਿਆਂ ਦਾ,
ਆਪਣੇ ਦੋਤਰਿਆਂ ਦਾ, ਆਪਣੇ ਪੜਪੋਤਿਆਂ ਦਾ। ਅੱਜ ਵੀ ਇਹੀ ਕਹਾਣੀ ਹੈ ਨਾ, ਬੜੇ ਵਿਅਕਤੀ, ਬੜੇ ਪਰਿਵਾਰ ਨੇ ਜਿਹੜੇ ਆਪਣੇ ਪੁੱਤ ਪੋਤੇ ਪੜੋਤਿਆਂ ਦੀ ਵੀ ਰੋਟੀ ਰੋਜੀ ਕਮਾਈ ਬੈਠੇ ਨੇ। ਕਰਾਂਗੇ ਕਿ ਗੁਰੂ ਸਾਹਿਬ ਜੀ ਕਹਿੰਦੇ ਭਜਨ ਦਾ ਪ੍ਰਬੰਧ ਨਹੀਂ ਕੀਤਾ, ਭੋਜਨ ਦਾ ਪ੍ਰਬੰਧ ਬਹੁਤ ਕਰ ਲਿਆ। ਹਾਲਾਂਕਿ ਇੰਨੇ ਭੋਜਨ ਦੀ ਲੋੜ ਨਹੀਂ ਹੈ। ਹੁਣ ਜਿੰਨਾ ਟਰੈਕਟਰ ਗੱਡੀ ਤੇਲ ਖਾਂਦੀ ਆ, ਆਪਾਂ ਉਨਾ ਹੀ ਪਵਾਉਣੇ, ਉਦੋਂ ਵੱਧ ਨਹੀਂ ਪਵਾਉਂਦੇਗੇ ਵੀ ਉਦੋਂ ਵੱਧ ਤਾਂ ਲੋੜ ਹੀ ਕੋਈ ਨਹੀਂ। ਜਿੰਨੀ ਲੋੜ ਆ ਉਨੀ ਪਵਾ ਲਓ। ਸਰੀਰ ਨੂੰ ਜਿੰਨੇ ਭੋਜਨ ਦੀ ਲੋੜ ਆ ਉਹਨਾਂ ਤਾਂ ਮਿਲ ਹੀ ਜਾਣਾ, ਪਰ ਉਦੋਂ ਦੁੱਗਣਾ ਚੌਗਣਾ ਮਨੁੱਖ ਨੇ ਇਕੱਠਾ ਕਰ ਲਿਆ। ਹੁਣ ਗੁਰੂ ਨਾਨਕ ਸਾਹਿਬ ਨੇ ਇੱਥੇ ਜਗਾਇਆ, ਭਜਨ ਵੀ ਇਕੱਠਾ ਕਰ, ਸੰਚ ਹਰ ਧਨ ਪੂਜ ਸਤਿਗੁਰ ਸੁੱਟ ਸਗਲ ਵਕਾਰ। ਠੀਕ ਹੈ ਨਾ। ਹੁਣ ਕਿਹਾ ਕਿ ਇਹ ਸੂਈ ਮੈਨੂੰ ਜਦੋਂ ਤੂੰ ਸਰੀਰ ਛੱਡ ਗਿਆ ਨਾ, ਉਦੋਂ ਬਾਅਦ ਪਕੜਾ ਦੇ ਵੀ ਮੈਂ ਆਪੇ ਫੜ ਲੂੰ ਇੱਥੋਂ। ਹੁਣ ਮਤ ਤੇ ਅਗਿਆਨਤਾ ਦਾ ਪਰਦਾ ਪਿਆ ਵਾ ਦੁਨੀ ਚੰਦੇ। ਹੰਕਾਰੀ ਵੀ ਆ, ਪੈਸੇ ਦਾ ਮਾਣ ਵੀ ਆ। ਫੜ ਲਈ ਸੂਈ, ਕਹਿੰਦਾ ਠੀਕ ਹੈ ਜ਼ਰੂਰ ਫੜਾਊਂ। ਕਹਿੰਦਾ ਆਪਣੇ ਅੰਦਰ ਇੱਕ ਹੋਰ ਹਉਮੈ ਦੀ ਦੀਵਾਰ ਖੜੀ ਹੋ ਗਈ, ਕੰਧ ਖੜੀ ਹੋ ਗਈ। ਕਿਹੜੀ? ਦੇਖ ਕਿੰਨੀ ਸੰਗਤ ਆਈ ਆ, ਕਿੰਨੇ ਲੋਕ ਆਏ ਨੇ। ਗੁਰੂ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਵੀ ਸੂਈ ਮੈਨੂੰ ਫੜਾ ਦਿਓ ਅੱਗੇ ਜਾ ਕੇ। ਮੈਨੂੰ ਕਿਹਾ, ਮੈਂ ਕਿੱਡੇ ਵੱਡੇ ਭਾਗਾਂ ਵਾਲਾ। ਸੱਚੀ ਜਾਣੋ ਹੈ ਵੀ ਭਾਗਾਂ ਵਾਲਾ, ਕੋਈ ਸ਼ੱਕ ਨਹੀਂ। ਇੱਕ ਵਾਰੀ ਪਰ ਭੁਲੇਖਾ ਪੈ ਗਿਆ। ਜੇ ਉਹਨੇ ਸੋਚਿਆ ਨਾ ਮੈਂ ਕਿੱਡੇ ਵੱਡੇ ਭਾਗਾਂ ਵਾਲਾ, ਸੱਚਮੁੱਚ ਹੀ ਭਾਗਾਂ ਵਾਲਾ। ਸੰਗਤ ਉੱਥੇ ਹੋਰ ਵੀ ਬਹੁਤ ਸੀ, ਕਿਸੇ ਦਾ ਇਤਿਹਾਸ ਵਿੱਚ ਨਾਂ ਨਹੀਂ ਆਇਆ, ਪਰ ਆਇਆ ਦੁਨੀ ਚੰਦ ਦਾ ਨਾਂ ਗਾ। ਕਿਉਂ? ਕਿਉਂਕਿ ਸੂਈ ਪਤਾ ਕਿਉਂ ਦਿੱਤੀ ਹੈ ਬਾਬੇ ਨਾਨਕ ਨੇ? ਸੂਈ ਟੁੱਟੇ ਹੋਇਆਂ ਨੂੰ ਜੋੜਦੀ ਆ ਤੇ ਕੈਂਚੀ ਜੁੜੇ ਹੋਇਆਂ ਨੂੰ ਤੋੜਦੀ ਆ। ਕੈਂਚੀ ਕੱਟ ਦਿੰਦੀ ਆ ਤੇ ਸੂਈ ਕੱਟੇ ਹੋਇਆਂ ਨੂੰ ਜੋੜ ਦਿੰਦੀ ਆ। ਸੂਈ ਵਿੱਚ ਗੁਣ ਆ ਇਹ। ਤੇ ਟੇਲਰ ਮਾਸਟਰ ਕੋਲ ਦੇਖੋ, ਸੂਈ ਆਪਣੀ ਜਾਂ ਟੋਪੀ ਜਾਂ ਪੱਗ ਵਿੱਚ ਟੰਗੀ ਹੁੰਦੀ ਆ, ਜਾਂ ਆਪਣੇ ਮੋਢੇ ਤੇ ਟੰਗ ਲੈਂਦਾ ਗਾ। ਤੇ ਜਿਹੜੀ ਕੈਂਚੀ ਆ ਉਹ ਕਿੱਥੇ ਹੁੰਦੀ ਆ? ਉਹ ਪੈਰਾਂ 'ਚ ਹੁੰਦੀ ਆ। ਸੂਈ ਦਾ ਸਤਿਕਾਰ ਆ ਤੇ ਕੈਂਚੀ ਦਾ ਕੋਈ ਸਤਿਕਾਰ ਨਹੀਂ ਹੈ। ਕਿਉਂ? ਕਿਉਂਕਿ ਕੈਂਚੀ ਤਾਂ ਤੋੜ ਰਹੀ ਹੈ ਨਾ, ਤੇ ਸੂਈ ਜੋੜ ਰਹੀ ਆ। ਬਸ ਇਸੇ ਗੁਣ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਕੈਂਚੀ ਨਹੀਂ ਸੂਈ ਦਿੱਤੀ ਆ। ਤੈਨੂੰ ਟੁੱਟੇ ਹੋਏ ਨੂੰ ਆਪਾਂ ਜੋੜਨਾ, ਤੈਨੂੰ ਫਟੇ ਹੋਏ ਨੂੰ ਨਾ ਆਪਾਂ ਜੋੜਨਾ ਗਾ, ਟਾਂਕਾ ਲਾਉਣਾ ਗਾ। ਟਾਂਕਾ ਸੂਈ ਨਹੀਂ ਲੱਗਣਾ ਗਾ। ਹੁਣ ਜਦੋਂ ਜਾ ਕੇ ਆਪਣੇ ਘਰ ਵਾਲੇ ਨੂੰ ਕਿਹਾ ਨਾ, ਕਹਿੰਦਾ ਭਗਵਾਨ ਨੇ ਕਹਿੰਦਾ ਸੂਈ ਸਾਂਭਦੇ, ਕਹਿੰਦਾ ਬੜੇ ਵੱਡੇ ਭਾਗ ਨੇ। ਬਾਬੇ ਨਾਨਕ ਨੇ ਆਪਾਂ ਨੂੰ ਸੂਈ ਦਿੱਤੀ ਆ ਵੀ ਜਿੱਦੇ ਤੂੰ ਚੜ੍ਹਾਈ ਕਰ ਗਿਆ ਨਾ, ਉਦੋਂ ਅੱਗੇ ਜਾ ਕੇ ਮੈਂ ਸੂਈ ਲੈ ਲਵਾਂਗਾ। ਆਪਾਂ ਇਕੱਠੇ ਹੋਵਾਂਗੇ, ਕੋਈ ਗੱਲ ਨਹੀਂ, ਇੱਧਰ ਉੱਧਰ ਇਕੱਠੇ ਹੋ ਜਾਵਾਂਗੇ ਨਾ, ਤੇ ਸੂਈ ਮੈਂ ਲੈ ਲਵਾਂਗਾ। ਤੇ ਹੁਣ ਘਰ ਵਾਲੀ ਸਿਆਣੀ ਸੀ, ਉਹ ਕਹਿੰਦੀ ਕਮਲਿਆ, ਜਿੱਦੇ ਤੂੰ ਮਰ ਗਿਆ ਭਲਾ ਤੂੰ ਉਹਦੇ ਸੂਈ ਨਾਲ ਕਿਵੇਂ ਲੈ ਜਾਏਗਾ? ਤੇਰੇ ਨਾਲ ਤਾਂ ਕੁਛ ਵੀ ਨਹੀਂ ਜਾਣਾ। ਸੂਈ ਤਾਂ ਬਾਹਲੀ ਵੱਡੀ ਚੀਜ਼ ਆ, ਤੇਰੇ ਨਾਲ ਤਾਂ ਕੁਛ ਵੀ ਨਹੀਂ ਜਾਣਾਗਾ। ਇਦੂ ਬਰੀਕ ਤੋਂ ਬਰੀਕ ਵੀ ਤੇਰੇ ਨਾਲ ਖਸਖਸ ਦਾ ਦਾਣਾ ਵੀ ਨਹੀਂ ਜਾਣਾ। ਤੇਰੇ ਨਾਲ ਤਾਂ ਰਾਈ ਜਿੰਨੀ ਚੀਜ਼ ਵੀ ਨਹੀਂ ਜਾਣੀ ਕਿ ਰਾਈ ਦਾ ਦਾਣਾ ਕਿੰਨਾ ਕੁ ਹੁੰਦਾ ਗਾ। ਸੂਈ ਤਾਂ ਬਾਹਲੀ ਵੱਡੀ ਆ। ਹੁਣ ਜਦੋਂ ਘਰ ਵਾਲੀ ਨੇ ਗੱਲ ਕਹੀ ਨਾ, ਹੁਣ ਇਉਂ ਕਹਿ ਲਓ ਵੀ ਗੁਰੂ ਨਾਨਕ ਸਾਹਿਬ ਸੇਠ ਦੁਨੀ ਚੰਦ ਦੇ ਘਰ ਵਾਲੀ ਵਿੱਚੋਂ ਬੋਲ ਪਿਆ। ਬਹਾਨਾ ਬਣ ਗਿਆ ਨਾ, ਵਿਚੋਲਾ ਘਰ ਵਾਲੀ ਬਣ ਗਈ। ਹੁਣ ਨਾ ਗੁਰੂ ਨਾਨਕ ਸਾਹਿਬ ਦੇ ਕੋਲ ਦੁਆਰੇ ਉਹਨੇ ਪੈਰੀ ਵਾਪਸ ਮੁੜਿਆ। ਸੂਈ ਹੱਥ ਚੱਕੀ ਆਉਂਦਾ ਤੇ ਆ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ। ਆ ਕੇ ਦੁਨੀ ਚੰਦ ਕਹਿੰਦਾ ਮੈਥੋਂ ਵੱਡੀ ਗਲਤੀ ਹੋ ਗਈ ਸੱਚੇ ਪਾਤਸ਼ਾਹ। ਕਿਉਂ? ਕਿਹੜੀ ਗਲਤੀ ਹੋ ਗਈ? ਗਲਤੀ ਇਹ ਹੋ ਗਈ ਸੱਚੇ ਪਾਤਸ਼ਾਹ, ਮੈਂ ਸੂਈ ਤੁਹਾਡੇ ਤੋਂ ਫੜ ਕੇ ਲੈ ਗਿਆ। ਮੈਂ ਕਮਲੇ ਨੇ ਨਹੀਂ ਸੋਚਿਆ ਮਰਨ ਤੋਂ ਉਪਰੰਤ ਤਾਂ ਮੇਰੇ ਨਾਲ ਕੁਛ ਵੀ ਨਹੀਂ ਜਾਣਾ, ਰਾਈ ਦਾ ਦਾਣਾ ਵੀ ਨਹੀਂ ਜਾਣਾ, ਸੂਈ ਮੈਂ ਕਿਵੇਂ ਲੈ ਜਾਊਂਗਾ? ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਥੋੜਾ ਜਿਹਾ ਹੋਰ ਵੀ ਜਾਗ, ਹੋਰ ਵੀ ਕੁਛ ਬੋਲ। ਇਸ਼ਾਰਾ ਕਹਿ ਲਓ, ਆਰ ਕਹਿ ਲਓ। ਗੁਰੂ ਨਾਨਕ ਸਾਹਿਬ ਨੇ ਹੋਰ ਛੇੜਿਆ, ਅੱਗੇ ਹੋਰ ਬੋਲ ਪਿਆ। ਕਹਿੰਦਾ ਸੱਚੇ ਪਾਤਸ਼ਾਹ ਹੁਣ ਮੈਨੂੰ ਸਮਝ ਆ ਗਈ, ਮੈਨੂੰ ਕੰਗਾਲ ਕਿਉਂ ਕਿਹਾ ਸੀ। ਮੈਂ ਸੱਚੀ ਮੁੱਚੀ ਨਾ ਗੁਣਾਂ ਵਾਲੇ ਪੱਖ ਤੋਂ, ਭਜਨ ਵਾਲੇ ਪੱਖ ਤੋਂ ਕੰਗਾਲ ਆ। ਮੇਰੇ ਕੋਲੇ ਕੁਛ ਨਹੀਂ ਹੈ, ਜੇ ਹੈ ਤਾਂ ਮੇਰੇ ਕੋਲੇ ਉਹ ਕੁਛ ਆ ਜਿਹੜਾ ਕੁਝ ਮੇਰੇ ਨਾਲ ਨਹੀਂ ਜਾਣਾ। ਜਿਹਨੇ ਮੇਰੇ ਨਾਲ ਜਾਣਾ ਨਾ ਉਹ ਮੇਰੇ ਕੋਲੇ ਹੈ ਨਹੀਂ। ਮੈਨੂੰ ਤਾਈਓ ਤੁਸੀਂ ਕੰਗਾਲ ਕਿਹਾ। ਮੈਨੂੰ ਸਮਝ ਹੁਣ ਆਈ ਆ, ਸਮਝ ਮੈਨੂੰ ਹੁਣ ਆਈ ਆ। ਜੋ ਕੁਝ ਮੈਂ ਇਕੱਠਾ ਕਰੀ ਇਹਨਾਂ ਤਾਂ ਜਾਣਾ ਹੀ ਨਾਲ ਮੇਰੇ, ਪਰ ਜੋ ਇਕੱਠਾ ਨਹੀਂ ਕੀਤਾ ਉਹ ਨਾਲ ਜਾਣਾ ਸੀ। ਬਸ ਅੱਜ ਤੋਂ ਬਾਅਦ ਮੈਂ ਉਹ ਇਕੱਠਾ ਕਰਾਂਗਾ ਜੋ ਤੁਸੀਂ ਕਹੋਗੇ। ਫਿਰ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਦੇ ਚਰਨੀ ਆਪਣਾ ਸੀਸ ਧਰ ਦਿੱਤਾ।
ਮੱਥਾ ਟੇਕ ਦਿੱਤਾ। ਪਹਿਲਾਂ ਨਹੀਂ ਟੇਕਿਆ, ਪਹਿਲਾਂ ਆਕੜ 'ਚ ਸੀ ਵੀ ਮੈਂ ਅਮੀਰ, ਆਹ ਫਕੀਰ ਨੂੰ, ਆਹ ਸਾਧੜੇ ਨੂੰ ਮੈਂ ਮੱਥਾ ਟੇਕਾਂ ਨਾ, ਪਹਿਲਾਂ ਆਕੜ 'ਚ ਸੀ ਨਾ। ਹੁਣ ਆਕੜ ਨਿਕਲ ਗਈ, ਬਸ ਸਿਰ ਆਪਣਾ ਨਾ ਗੁਰੂ ਚਰਨਾਂ 'ਚ ਧਰ ਦਿੱਤਾ। ਇੱਥੇ ਇੱਕ ਨੁਕਤਾ ਹੋਰ ਸਿੱਖ ਲਿਓ ਬਸ, ਵੈਸੇ ਤੁਸੀਂ ਮੇਰੇ ਨਾਲੋਂ ਸਿਆਣੇ ਹੋ। ਮੱਥਾ ਟੇਕਣ ਤੋਂ ਭਾਵ ਕੀ ਹੁੰਦਾ? ਮੈਂ ਆਪਣਾ ਆਪਾ ਤੈਨੂੰ ਦੇ ਦਿੱਤਾ, ਮੇਰੇ ਕੋਲੇ ਕੁਛ ਨਹੀਂ। ਭਾਵੇਂ ਮੇਰੇ ਘਰ ਦੇ ਵਿੱਚ 100 ਏਕੜ ਦਾ ਮਾਲਕ ਆ, ਮੈਂ ਉਹ ਇੱਕ ਅਲੱਗ ਵਿਸ਼ਾ। ਅਮੀਰੀ ਨਹੀਂ ਮਾੜੀ, ਅਮੀਰੀ ਹੋਣੀ ਚਾਹੀਦੀ ਆ। ਅਮੀਰੀ ਨਹੀਂ ਮਾੜੀ, ਅਮੀਰੀ ਹੋਣੀ ਚਾਹੀਦੀ ਆ, ਪਰ ਅਮੀਰੀ ਦੀ ਆਕੜ ਮਾੜੀ ਆ। ਹੁਣ ਇਹ ਦੁਨੀ ਚੰਦ ਦੀ ਨਾ ਆਕੜ ਨਿਕਲ ਗਈ। ਹੁਣ ਜਿੰਨਾ ਧਨ ਇਕੱਠਾ ਕੀਤਾ ਨਾ, ਹੁਣ ਅਗਲਾ ਪੁਆਇੰਟ ਪਤਾ ਕੀ ਹੈ? ਬਾਬੇ ਨਾਨਕ ਨੇ ਨਹੀਂ ਕਿਹਾ ਵੀ ਤੂੰ ਦਸਵੰਧ ਕੱਢ, ਤੇ ਹੁਣ ਦੁਨੀ ਚੰਦ ਨੇ ਆਪਣੇ ਉਸ ਇਕੱਠੇ ਕੀਤੇ ਹੋਏ ਧਨ ਦੇ ਨਾਲ, ਚੇਤਾ ਰੱਖਿਓ, ਦਰਬਾਰ ਸਾਹਿਬ ਦੀ ਉਸਾਰੀ ਵਿੱਚ, ਵਾਹਿਗੁਰੂ ਭਲਾ ਕਰੇ, ਕਰਤਾਰਪੁਰ ਸਾਹਿਬ ਦੀ ਉਸਾਰੀ ਦੇ ਵਿੱਚ ਯੋਗਦਾਨ ਪਾਇਆ। ਪਰਵਾਹ ਨਾ ਮੰਨਿਓ ਪਾਤਸ਼ਾਹ, ਇਧਰੋਂ ਧਨ ਸਾਰਾ ਜਿੰਨਾ ਵੀ ਇਕੱਠਾ ਕੀਤਾ ਮੇਰੇ ਨਾਲ ਕੁਝ ਨਹੀਂ ਜਾਣਾ, ਹੁਣੇ ਲੇਖੇ ਵਿੱਚ ਪੈ ਜੂ। ਹੁਣ ਉਹ ਦੁਨੀ ਚੰਦ ਦਾ ਇਕੱਠਾ ਕੀਤਾ ਹੋਇਆ ਧਨ ਕਿੰਨਾ ਸੁਭਾਗਾ ਧਨ ਬਣ ਗਿਆ, ਜਿਹੜਾ ਇਤਿਹਾਸ ਵਿੱਚ ਜ਼ਿਕਰ ਆ ਗਿਆ ਵੀ ਦੁਨੀ ਚੰਦ ਨੇ ਜਿਹੜੇ 7 ਝੰਡੇ ਗੱਡੇ ਆ ਨਾ, ਉਹ 7 ਝੰਡੇ 7 ਲੱਖ ਦਾ ਭਾਵ ਇਸ਼ਾਰਾ ਕਰ ਰਹੇ ਨੇ ਵੀ ਲੱਖਾਪਤੀ ਬੰਦਾ। ਤੇ ਆਪਣਾ ਜਿੰਨਾ ਵੀ ਧਨ ਹੈ ਉਹ ਕਿੱਥੇ ਲਾਇਆ? ਕਰਤਾਰਪੁਰ ਸਾਹਿਬ ਦੀ ਉਸਾਰੀ ਦੇ ਲਈ, ਕਰਤਾਰਪੁਰ ਸਾਹਿਬ ਦੀ ਜ਼ਮੀਨ ਖਰੀਦਣ ਦੇ ਲਈ ਉਹ ਆਪਣਾ ਧਨ ਗੁਰੂ ਸਾਹਿਬ ਜਾਂ ਲੋੜਵੰਦਾਂ ਵਿੱਚ ਵੰਡਣ ਦੇ ਲਈ ਉਹ ਧਨ ਆਪਣਾ ਵਰਤਣਾ ਸ਼ੁਰੂ ਕਰ ਦਿੱਤਾ। ਇੱਕ ਇੱਥੇ ਖਾਸ ਗੱਲ ਹੋਰ ਆ, ਸ਼ਾਇਦ ਉਹ ਤੁਸੀਂ ਪਹਿਲੀ ਵਾਰ ਸੁਣੋ ਜਾਂ ਅੱਗੇ ਸੁਣੀ ਹੋਵੇ ਤਾਂ ਸਤਿਕਾਰਯੋਗ ਹੋ। ਗੁਰੂ ਨਾਨਕ ਸਾਹਿਬ ਨੇ ਇੱਥੇ ਕਈ ਦਿਨ ਬਤੀਤ ਕੀਤੇ। ਸੇਠ ਦੁਨੀ ਚੰਦ ਦੇ ਘਰ ਅੱਗੇ ਆਪਣਾ ਪੜਾਅ ਕੀਤਾ, ਕਈ ਦਿਨ ਬਤੀਤ ਕੀਤੇ ਇੱਥੇ ਗੁਰੂ ਨਾਨਕ ਸਾਹਿਬ ਨੇ, ਇਉਂ ਕਹਿ ਲਓ ਸੌਖੇ ਢੰਗ ਨਾਲ ਆਪਾਂ, ਆਸਾ ਜੀ ਦੀ ਵਾਰ, ਆਸਾ ਜੀ ਦੀ ਵਾਰ ਗੁਰੂ ਨਾਨਕ ਸਾਹਿਬ ਦੀ ਜਿੰਨੇ ਸ਼ਬਦ ਤੇ ਸ਼ਲੋਕ ਨੇ ਇੱਥੇ ਅੱਧੇ ਉਚਾਰਨ ਕੀਤੇ। ਕਿੱਡਾ ਵੱਡਾ ਭਾਗ ਆਗਾ ਕਿਹਦਾ? ਦੁਨੀ ਚੰਦ ਸੇਠ ਦਾ। ਅਮੀਰੀ ਨਹੀਂ ਮਾੜੀ ਗਈ, ਅਮੀਰੀ ਦੀ ਆਕੜ ਮਾੜੀ। ਹੁਣ ਆਕੜ ਨਿਕਲ ਗਈ ਨਾ। ਹੁਣ ਗੁਰੂ ਨਾਨਕ ਸਾਹਿਬ ਨੇ ਇੱਥੇ ਆਸਾ ਜੀ ਦੀ ਵਾਰ ਆਪਣੀ ਬਾਣੀ, ਜੋ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਆ, ਸ਼ਲੋਕ ਮਹੱਲਾ ਪਹਿਲਾ, ਸ਼ਲੋਕ ਮਹੱਲਾ ਪਹਿਲਾ ਦੇ ਅੱਧੇ ਪਾਠ ਨੂੰ ਇੱਥੇ ਉਚਾਰਨ ਕੀਤਾ। ਇੱਥੇ ਉਚਾਰਨ ਕੀਤਾ ਨਾ। ਤੇ ਦੂਜੀ ਅੱਧੀ ਬਾਣੀ ਪਾਕ ਪਟਣ ਸ਼ੇਖ ਫਰੀਦ ਜੀ ਦੇ ਪਿੰਡ, ਦੂਜੀ ਭਾਵਾਸ਼ਾ ਦੀ ਵਾਰ ਦੂਜਾ ਹਿੱਸਾ ਕਿੱਥੇ ਉਚਾਰਨ ਕੀਤਾ? ਪਾਕ ਪਟਣ ਸ਼ੇਖ ਫਰੀਦ ਜੀ ਦੇ ਪਿੰਡ। ਦੋਨਾਂ ਦੀ ਕਿੱਡੇ ਵੱਡੇ ਭਾਗ ਨੇ ਹਨਾ। ਤੇ ਹੁਣ ਦੁਨੀ ਚੰਦ ਦੇ ਦਰਵਾਜ਼ੇ ਦੇ ਦਹਲੀਜ਼ ਤੇ ਨਾ ਆਸਾ ਦੀ ਵਾਰ ਗੁਰੂ ਸਾਹਿਬ ਨੇ ਪਹਿਲੋਂ ਪਹਿਲ ਉਚਾਰਨ ਕੀਤੀ ਹੈ ਇੱਥੇ। ਹੁਣ ਇੱਕ ਪੁਆਇੰਟ ਹੋਰ ਨੋਟ ਕਰਿਓ, ਦਰਬਾਰ ਸਾਹਿਬ ਦੇ ਵਿੱਚ ਤੁਸੀਂ ਕਦੇ ਧਿਆਨ ਦਿੱਤਾ ਹੋਵੇਗਾ, ਸੁਬਾਹ ਅਕਾਲ ਤਖਤ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਗਤ ਦੇ ਸਮੇਤ 5 ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਪਾਤਸ਼ਾਹ ਆਪਣੇ ਲਾਡਲਿਆਂ ਦੇ ਮੋਢਿਆਂ ਤੇ ਰੋਜ਼ਾਨਾ ਆਉਂਦੇ ਨੇ। ਤੇ ਆਉਣ ਤੋਂ ਪਹਿਲਾਂ ਆਪਾਂ ਨੂੰ ਪਤਾ ਵੀ ਜਿਹੜੀ ਉੱਥੋਂ ਦੀ ਤਰਤੀਬ ਆ, ਗੁਰੂ ਪਾਤਸ਼ਾਹ ਜੀ ਮੌਸਮ ਦੇ ਹਿਸਾਬ ਨਾਲ, ਰੁੱਤ ਦੇ ਹਿਸਾਬ ਨਾਲ ਸ਼ਾਮ ਨੂੰ 10 ਦੇ ਇਰਦ ਗਿਰਦ ਅਕਾਲ ਤਖਤ ਤੇ ਚਲੇ ਜਾਂਦੇ ਨੇ। 10 ਵਜੇ ਤੋਂ ਬਾਅਦ ਸੇਵਾ ਆਰੰਭ ਹੋ ਜਾਂਦੀ ਆ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਰਾਤ ਨੂੰ ਸੇਵਾ ਕਰਦਿਆਂ ਕਰਦਿਆਂ 2 ਵਜਦੇ ਨੂੰ ਸਾਰੇ ਦਰਬਾਰ ਸਾਹਿਬ ਦੀ ਸਫਾਈ ਹੈ ਜਿਹੜੀ ਉਹ ਟੋਟਲ ਹੋ ਜਾਂਦੀ ਆ। 2 ਵਜੇ ਤੋਂ ਬਾਅਦ ਕੜਾਹ ਪ੍ਰਸ਼ਾਦ ਬਣ ਕੇ ਚੱਲ ਜਾਂਦਾ ਤੇ ਉਸ ਤੋਂ ਬਾਅਦ ਰੱਬੀ ਬਾਣੀ ਦਾ ਕੀਰਤਨ ਸ਼ੁਰੂ ਹੋ ਜਾਂਦਾ, ਭੱਟਾਂ ਦੇ ਸਵਈਏ ਪੜ੍ਹੇ ਜਾਂਦੇ ਨੇਗੇ। ਫਿਰ ਉਸ ਤੋਂ ਬਾਅਦ ਨਾ ਆਪਾਂ ਨੂੰ ਪਤਾ 4 ਵਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਸਾ ਦੀ ਵਾਰ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਸਾ ਦੀ ਵਾਰ ਪੜ੍ਹਨੀ ਆਰੰਭ ਕਰ ਦਿੱਤੀ ਜਾਂਦੀ ਆ। ਹੁਣ ਜਿਹੜੀ ਇੱਥੇ ਵੇਖਣ ਯੋਗ ਗੱਲ ਆ ਉਹ ਕਿਹੜੀ ਆ? ਹੁਣ ਜਦੋਂ ਆਸਾ ਦੀ ਵਾਰ ਦਰਬਾਰ ਸਾਹਿਬ ਦੇ ਵਿੱਚ ਸਾਜ਼ਾਂ ਦੇ ਰਾਹੀਂ ਗੈਣ ਕਰਨੀ ਸ਼ੁਰੂ ਕਰ ਦਿੱਤੀ ਨਾ, ਜਦੋਂ ਆਸਾ ਦੀ ਵਾਰ ਅੱਧੀ ਪੜ੍ਹੀ ਜਾਵੇ ਉਦੋਂ ਗੁਰੂ ਸਾਹਿਬ ਦਰਬਾਰ ਸਾਹਿਬ ਚ ਆਉਂਦੇ ਨੇਗੇ। ਕਦੇ ਆਪਾਂ ਧਿਆਨ ਕਰਕੇ ਵੇਖਿਆ ਹੋਵੇ ਇਸ ਗੱਲ ਵੱਲ? ਸ਼ਾਇਦ ਮੇਰੇ ਅੰਦਾਜ਼ੇ ਮੁਤਾਬਕ ਆਪਾਂ ਧਿਆਨ ਨਹੀਂ ਕੀਤਾ ਹੋਣਾ। ਦਰਬਾਰ ਸਾਹਿਬ ਤੁਸੀਂ ਮੈਂ ਬੜੇ ਵਾਰੀ ਗਏ ਆ, ਸਾਡਾ ਧਿਆਨ ਤਾਂ ਨਾ ਵਾਹਿਗੁਰੂ ਭਲਾ ਕਰੇ ਕਿਸੇ ਹੋਰ ਪਾਸੇ ਹੁੰਦਾ ਹੈਗਾ।
सच जाणियो ये नहीं पता भी गुरु साहब जी की आउण की तरतीब, दरबार साहब जाण की तरतीब, अगे किहो जिहा माहौल है ते पिछे किहो जिहा माहौल है, की कुछ हैगा, इहदे बारे सच जाणियो बहुत घट सज्जण वीर भैणां ने जिन्हां नूं पता होवे, पर जरूर पता रखना चाहिएगा। हुण देखो आसा दी वार अद्धी पढ़ी गई ते अद्धी पढ़न ते धन गुरु ग्रंथ साहिब महाराज अपने लाडले परिवार समेत, मतलब संगतां कौन आ, परिवार, गुरु पातशाह अपने परिवार समेत हरमंदर साहिब दे विच पहुंचदे ने। हुण दूजी गल इत्थे नोट करियो, इहनूं छड्ड के आपां मान लो भी आपां इत्थे पाठ करी जाने आ, कोई व्यक्ति आ गया ते आपां पाठ पढ़ना विचों छड्डता ते तुसीं की समझोगे नरादरी आ। जे कोई बंदा पाठ करी जांदा ना, रहरास साहिब का पाठ, नितनेम सुबह शाम का, ਜਾਂ आसा दी वार का पाठ, कोई भी पाठ ला लो, आप पढ़ रहे हैं तो पढ़दे विचों कोई आवाज़ मार के बंद कर दे तो उस टाइम पर आप नरादरी मानते हैं भी नहीं यार तू ये क्यों बंद किया, क्यों रोकया, तू बुलाना नहीं सीगा, ਜਾਂ तो 10 मिनट पहला आ जाता, जे 10 मिनट मगरों आ जाता। दो ही पॉइंट ने ना, विचाल दी नहीं आप बुला, विचाल दी बुलावांगे नरादरी मानते हैं। फिर हुण इस ख्याल नूं अपने नूं हरमंदर साहिब दे विच लै चलो, गुरु साहब नूं कहना पवेगा सच्चे पातशाह 10 मिनट ज़्यादा तू पहला आ जाया कर, 4 बजे आ जाया करना, जां तू फिर आसा दी वार संपूर्ण होने तो बाद विच आ जाया कर। ये विचाली क्यों आउणा तू रोज़? आसा दी वार पढ़ी जा चुकी रही आ ते उस टाइम ते अद्धी आसा दी वार हो गई ते तुसीं उदों संगत समेत आउणे होगे। ये तुहाडी तरतीब बारे सानूं दसो, आपां गुरु नूं पुछ लो। ये आपां हरमंदर साहिब दे व्यक्तियां नूं नहीं पुछना, उत्थों दे सेवादारां नूं नहीं, ये आपां अज दे इतिहास विचों आपां गुरु नानक साहिब दे अगे तरला कर लो, सच्चे पातशाह सानूं तूं ही दस दे, सानूं तां तेरी गल ते यकीन आ, असीं होर किसी दी गल ते यकीन नहीं करांगे। फिर जदों बाबे नानक नूं पुछांगे ना, उहदे दस दूगा फिर इन्ना सियाणा मेरा बापू, ये तो ना दस दिंदा, कोई मर्जी गल पुछ लो, ये नहीं है भी ना दसे, जरूर दसदा है। हुण आपां सारे जणे ना बेनती करो सतगुरु पातशाह नूं, पातशाह अद्धी आसा दी वार होण ते तुसीं क्यों आउणे हो हरमंदर साहिब दे विच? सतगुरु पातशाह जी कहंदे ना, अद्धी आसा दी वार जदों मेरा ध्यान बाहर सी ना, जदों मेरा ध्यान बाहर विहड़े विच सी, दुनिया विच सी, उदों आसा दी वार पढ़ के मैं सारे बाहर भटकदियां नूं जगाया भी आसा दी वार शुरू हो गई। उदों बाहरी तौर पर आसा दी वार का प्रकाश हो रहा गा, ते जदों अद्धी आसा दी वार हो गई फिर अंदर प्रकाश हो जाता। फिर कदों हुंदा प्रकाश? अंदर प्रकाश हो जाता। दुनी चंद दा ध्यान बाहर सी, आसा दी वार उत्थे अद्धी तां उचारण की गई, दुनी चंद दे बाहर दे भटकदे ध्यान नूं अंदर लियाउणा। ते जदों हुण दुनी चंद दा ध्यान अंदर आ गया, फिर आसा दी वार अद्धी उदों पढ़ी जदों अंदर प्रकाश सी, दुनी चंद दे बाहरले भटकदे ध्यान नूं अंदर लियाउण दे लई फिर अद्धी आसा दी वार पाक पटन दे विच पढ़ी गई। वो कौन व्यक्ति सी? जिथे बाबा शेख फरीद सी, वो बाहरी तौर पर भटकण वाला व्यक्ति नहीं, वो तो अंदरों प्रकाश व्यक्ति सी। पहला दीवा बाहर बालिया ते फिर दीवा अंदर वालिया। जदों गुरु साहब जी आउंदे आ ना, उदों साडा सारिआं दा ध्यान बाहर हुंदा गा, जदों गुरु साहब अंदर चल जांदे हरमंदर साहब दे विच, उदों साडा सारिआं दा ध्यान अंदर चला जाता गा। हुण गुरु साहब जी कहंदे बाहरी ध्यान नूं इकट्ठा करन दे लई पहला मैं बाहर रहा, ते जदों मतलब कि इकट्ठा ध्यान हो गया फिर मैं हरमंदर साहब दे विच आ वड़िया। फिर मैं पाक पटन दे विच जाके आसा दी वार उचारण कीती आ। खिंडे हुए ध्यान नूं इकत्तर करन दा तरीका गुरु साहब ने ये बनाया गा, ते इहदे विच कोई ये राह नहीं है, ये राय नहीं है भी उत्थे गुरु साहब जी बेअदबी करते आ जां गुरु दे प्यारे बेअदबी करते आ। ये एक गहरे तल ते गहरा नुकता है जिन्हों आपां समझ के अपने अंदर दीवा बालना है, अंदर जोत जगाउणी है, अंदर ज्ञान का दीवा बालना है। चलो इत्थे गुरु साहब जी ने जिहड़ी आपां गल करदे सी भी काफ़ी टाइम रह के अद्धी आसा दी वार उचारण की, उस तो बाद काफ़ी टाइम तो बाद धन गुरु नानक देव महाराज अपने पिंड तलवंडी विखे पहुंचण का जिहड़ा प्रोग्राम आ वो बनाया। इहदे नाल ही एक लाहौर दे विच थोड़ा जिहा होर आ जिहड़ा वो वरतांता भाई लालो दे घर जाना,
ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ 2 ਵਾਰੀ ਗਏ ਨੇ, ਸ਼ੈਦਪੁਰ, ਏਮਨਾਬਾਦ ਦੀ ਧਰਤੀ ਤੇ ਇੱਥੇ ਇੱਕ ਹੰਕਾਰੀ ਜਿਹੜਾ ਮਲਕ ਭਾਗੋ ਕਰਮਚਾਰੀ ਸੀ, ਆਮ ਜਿਹਾ ਇੱਕ ਮਾਮੂਲੀ ਜਿਹਾ ਸਰਕਾਰੀ ਬੰਦਾ ਸੀ, ਇਹ ਵੀ ਹੰਕਾਰੀ ਸੀ। ਗੁਰੂ ਸਾਹਿਬ ਨੇ, ਆਪਾਂ ਨੂੰ ਪਤਾ ਭਾਈ ਲਾਲੋ ਦਾ ਕੁੰਡਾ ਖੜਕਾਇਆ। ਥੋੜਾ ਜਿਹਾ ਦ੍ਰਿਸ਼ਟਾਂਤ ਲੈ ਲਓ, ਫਿਰ ਆਪਾਂ ਵਾਪਸ ਤਲਵੰਡੀ ਗੁਰੂ ਨਾਨਕ ਸਾਹਿਬ ਦੇ ਨਾਲ ਮੁੜਨਾਗਾ। ਹੁਣ ਗੁਰੂ ਨਾਨਕ ਸਾਹਿਬ ਨਾ ਇਸ ਸੈਦਪੁਰ ਦੀ ਧਰਤੀ, ਐਮਨਾਬਾਦ ਦੀ ਧਰਤੀ ਤੇ ਲਾਹੌਰ ਦੇ ਵਿੱਚ ਵਿਚਰ ਰਹੇ ਨੇ ਤੇ ਵਿਚਰਦੇ ਆ ਭਾਈ ਲਾਲੋ ਦੇ ਘਰ ਗਏ। ਲਾਲੋ ਦਾ ਕੁੰਡਾ ਖੜਕਾਇਆ, ਲਾਲੋ ਦਾ ਕੁੰਡਾ ਖੜਕਾਇਆ ਨਾ। ਲਾਲੋ ਨੇ ਹੁਣ ਗੁਰੂ ਨਾਨਕ ਸਾਹਿਬ ਦੇ ਬਾਰੇ ਸੁਣਿਆ ਸੀ ਵੀ ਮੇਰੀ ਵਿਚਾਰਧਾਰਾ ਦਾ ਮਨੁੱਖ, ਮੇਰੀ ਵਿਚਾਰਧਾਰਾ ਦੇ ਅਨੁਸਾਰ ਵਿਚਾਰ ਮਿਲਾਉਣ ਵਾਲਾ ਸੱਜਣ ਇਸ ਧਰਤੀ ਤੇ ਵਿਚਰ ਰਿਹਾ ਗਾ। ਦਿਲ ਕੀਤਾ ਮਿਲਣ ਨੂੰ, ਦਿਲ ਕੀਤਾ ਮਿਲਣ ਨੂੰ। ਤੇ ਜਿਹੜਾ ਇਹ ਦਿਲ ਕੀਤਾ ਮਿਲਣ ਨੂੰ ਨਾ ਆਪਾਂ ਗੱਲ ਕੀਤੀ, ਦਿਲ ਕੀਤਾ ਮਿਲਣ ਨੂੰ, ਇਹ ਕੋਈ ਚਿੱਠੀ ਨਹੀਂ ਪਾਈ, ਨਾ ਹੀ ਕੋਈ ਫੋਨ ਕੀਤਾ ਗਾ ਵੀ ਤੂੰ ਆ ਜੀ ਮਿਲ ਜੀ, ਨਾ ਹੀ ਕੋਈ ਸੁਨੇਹਾ ਲਾਏਗਾ। ਦੇਖੋ, ਕਿਸੇ ਨੂੰ ਮਿਲਣਾ ਹੋਵੇ 2-3 ਸਾਧਨ ਨੇ, ਫੋਨ ਕਰਨਾ, ਚਿੱਠੀ ਪਾਉਣੀ ਜਾਂ ਸੁਨੇਹਾ ਲਾਉਣਾ ਵੀ ਭਾਈ ਮੈਨੂੰ ਮਿਲ ਕੇ ਜਾਵੀਂ, ਹੈ ਨਾ। 2-3 ਸਾਧਨ, ਇਹਨਾਂ 3 ਤਰੀਕਿਆਂ ਦੇ ਵਿੱਚੋਂ ਲਾਲੋ ਨੇ ਇੱਕ ਵੀ ਨਹੀਂ ਵਰਤਿਆ ਵੀ ਕੋਈ ਸਪੈਸ਼ਲ ਸੁਨੇਹਾ ਭੇਜਤਾ ਹੋਵੇ ਵੀ ਦਰ ਨਾਨਕ ਫਿਰਦਾ ਹੋਊਗਾ, ਮੇਰੇ ਘਰ ਵੱਲ ਘੱਤ ਦੇ ਉਹਨੂੰ, ਜਾਂ ਕੋਈ ਚਿੱਠੀ ਜਾਂ ਕੋਈ ਕਿਸੇ ਤਰ੍ਹਾਂ ਦਾ ਹੋਰ ਫੋਨ ਦਾ ਅੱਜ ਦੇ ਸਮੇਂ ਮੁਤਾਬਕ ਕੋਈ ਨਹੀਂ ਵਰਤਿਆ ਤਰੀਕਾ। ਇੱਕ ਦਿਲ ਦੇ ਵਿੱਚੋਂ ਜ਼ਰੂਰ ਕਹਿੰਦਾ ਸਾਡੇ ਕਦੇ ਘਰੇ ਆ ਜੀ, ਮਾਰ ਜੀ ਗੇੜਾ, ਕਦੇ ਮਿਲਣਾ, ਤੈਨੂੰ ਚਿੱਤ ਬਹੁਤ ਕਰਦਾ ਮਿਲਣ ਨੂੰ। ਹੁਣ ਲਾਲੋ ਕਹਿੰਦਾ ਨਾ ਚਿੱਤ ਬਹੁਤ ਕਰਦਾ ਮਿਲਣ ਨੂੰ, ਕਦੇ ਆ ਜੀ। ਤੇ ਇਹ ਜਿਹੜੀ ਆਪਾਂ ਗੱਲ ਕਰਦੇ ਨੇ ਚਿੱਤ ਬਹੁਤ ਕਰਦਾ ਮਿਲਣ ਨੂੰ, ਇਹਨੂੰ ਟੈਲੀਪੈਥੀ ਕਹਿੰਦੇ ਨੇ। ਮਤਲਬ ਜਿਹੜੀਆਂ ਹਵਾਵਾਂ ਦੇ ਰਾਹੀਂ ਨਾ ਕਿਰਨਾਂ ਭੱਜੀਆਂ ਫਿਰਦੀਆਂ ਨੇ, ਕਿਰਨਾਂ ਆ ਕਦੇ ਕਦੇ ਆਪਾਂ ਜਦੋਂ ਬੋਲਦੇ ਆ ਨਾ, ਇੱਥੇ ਆਪਣੇ ਆ ਸਪੀਕਰ ਐਂਪਲੀਫਾਇਰ ਨਾਲ ਜੁੜੇ ਹੋਏ, ਇਹਨਾਂ ਦੇ ਰਾਹੀਂ ਵੀ ਗੱਲਾਂ ਬਾਤਾਂ ਸੁਣਨ ਲੱਗ ਜਾਂਦੀਆਂ ਤੇ ਆਪਾਂ ਨੂੰ ਭੁਲੇਖਾ ਪੈਂਦਾ ਵੀ ਕੌਣ ਬੋਲਦਾ ਹੋਇਆ। ਉਹ ਜਿਹੜੀਆਂ ਹਵਾਵਾਂ ਦੇ ਵਿੱਚ, ਕਿਰਨਾਂ ਦੇ ਵਿੱਚ ਨਾ ਗੱਲਾਂ ਬਾਤਾਂ ਉਧਰ ਉਧਰ ਹੀ ਆਵਾਜ਼ ਭੱਜੀ ਫਿਰਦੀ ਆ, ਉਹਨੂੰ ਇਹ ਖਿੱਚ ਲੈਂਦਾ, ਪਕੜ ਲੈਂਦਾ ਉਹਨੂੰ ਇਹ। ਮਤਲਬ ਗੁਰੂ ਨਾਨਕ ਸਾਹਿਬ ਨੂੰ ਸੱਦਣ ਦੇ ਲਈ ਉਹਨੇ ਕੋਈ ਸਾਧਨ ਨਹੀਂ ਵਰਤਿਆ, ਪਰ ਆਪਣੇ ਅੰਦਰੋਂ ਇੱਕ ਟੈਲੀਪੈਥੀ ਮਿਲਾਈ। ਜਾਣਦਾ ਕੋਈ ਨਹੀਂ, ਅਜੇ ਤੱਕ ਮਿਲਾਪ ਕੋਈ ਨਹੀਂ ਹੋਇਆ, ਪਹਿਲੀ ਮੁਲਾਕਾਤ ਕੋਈ ਨਹੀਂ ਗੀ। ਇਹ ਪਹਿਲੀ ਮੁਲਾਕਾਤ ਹੋਣੀ ਆ ਜਦੋਂ ਅੰਦਰੋਂ ਆਵਾਜ਼ ਦਿੱਤੀ ਨਾ, ਉਹ ਹਵਾ ਦੇ ਰਾਹੀਂ, ਆ ਹਵਾਈ ਬੋਲ ਗੁਰੂ ਨਾਨਕ ਸਾਹਿਬ ਦੇ ਜਾ ਕੇ ਦਿਲ ਨੂੰ ਛੂਗੇ, ਜਿਹਨੂੰ ਆਪਾਂ ਟੈਲੀਪੈਥੀ ਕਹਿ ਦਿੰਦੇ ਹਾਂ। ਮੰਨ ਲਓ ਵੀ ਕਿਸੇ ਵਿਅਕਤੀ ਨੂੰ ਆਪਾਂ ਕਦੇ ਵੀ ਨਹੀਂ ਮਿਲੇ, ਅੱਜ ਤੱਕ ਦੀ ਉਮਰ ਵਿੱਚ ਕਿਸੇ ਨੂੰ ਕਦੇ ਵੀ ਨਹੀਂ ਮਿਲੇ, ਪਰ ਜਦੋਂ ਉਹਨੂੰ ਪਹਿਲੀ ਵਾਰ ਆਪਾਂ ਮਿਲਣਾ ਨਾ, ਤੇ ਉਦੋਂ ਆਪਣੇ ਅੰਦਰ ਖਿਆਲ ਬਣਿਆ ਇੱਕ ਵੀ ਯਾਰ ਮੈਨੂੰ ਬਹੁਤ ਵਧੀਆ ਵਿਚਾਰਧਾਰਾ ਦਾ ਵੀਰ ਲੱਗਦਾ ਇਹ, ਤੇ ਇੱਕ ਵਾਰੀ ਮੈਨੂੰ ਜ਼ਰੂਰ ਮਿਲੇ। ਸੱਚੀ ਗੱਲ ਆ ਵੀ ਉਹ ਬੰਦਾ ਬਹਾਨੇ ਦੇ ਨਾਲ ਨਾ ਕਿਤੋਂ ਸਾਨੂੰ ਜ਼ਰੂਰ ਮਿਲੇਗਾ, ਪਰ ਉਸ ਗੱਲ ਨੂੰ ਬੰਦਾ ਆਪਣੇ ਦਿਲ ਦੇ ਨਾਲ ਨਹੀਂ ਸੋਚਦਾ ਵੀ ਮੈਂ ਇਹ ਸੋਚਿਆ ਸੀ ਜਾਂ ਨਹੀਂ ਸੋਚਿਆ ਸੀ। ਜਾਂ ਕਈ ਵਾਰ ਆਪਾਂ ਕਹਿ ਦਿੰਦੇ ਆ ਯਾਰ ਮੈਂ ਤੈਨੂੰ ਹੁਣੇ ਯਾਦ ਕਰੀ ਜਾਂਦਾ ਸੀ, ਤੂੰ ਹੁਣੇ ਤੂੰ ਆ ਗਿਆ। ਇਹ ਕੀ ਆ? ਉਹ ਦਿਲ ਦੀਆਂ ਗੱਲਾਂ ਹਵਾ ਦੇ ਰਾਹੀਂ ਮਨੁੱਖ ਤੱਕ ਪਹੁੰਚ ਜਾਂਦੀਆਂ ਨੇ। ਇਵੇਂ ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਦਿਲ ਤੋਂ ਯਾਦ ਕਰਨ ਵਾਲਾ ਭਾਈ ਲਾਲੋ, ਉਹਨੇ ਯਾਦ ਕੀਤਾ ਤੇ ਗੁਰੂ ਨਾਨਕ ਸਾਹਿਬ ਨਾਲ ਸੁਤੇ ਸੁਹਾਗ ਪਹੁੰਚ ਗਏ। ਭਾਈ ਲਾਲੋ ਦਾ ਕੁੰਡਾ ਖੜਕਾਇਆ। ਕੁੰਡਾ ਖੜਕਾਉਣ ਤੋਂ ਭਾਵ ਲਾਲੋ ਦੇ ਕਿਹੜਾ ਹੁਣ ਕੋਈ ਵਧੀਆ ਦਰਵਾਜ਼ੇ ਲੱਗੇ ਹੋਣੇ ਨੇ, ਸ਼ਾਇਦ ਨਾ ਹੀ ਹੋਣ, ਪਰ ਉਹ ਇਤਿਹਾਸਕਾਰਾਂ ਨੇ ਲਿਖਿਆ ਵੀ ਕੁੰਡਾ ਖੜਕਾਇਆ। ਕੁੰਡਾ ਖੜਕਾਉਣ ਤੋਂ ਭਾਵ ਆਵਾਜ਼ ਦਿੱਤੀ, ਲਾਲੋ ਘਰੀ ਆ, ਆਜੋ ਭਾਈ ਕੌਣ ਆ, ਘਰੀ ਆ। ਗੁਰੂ ਨਾਨਕ ਸਾਹਿਬ ਮਰਦਾਨੇ ਸਮੇਤ ਚਲੇ ਗਏ। ਕੀ ਕਰਦਾਂਗਾ? ਕਹਿੰਦਾ ਪਾਤਸ਼ਾਹ ਪਹਿਲਾਂ ਤਾਂ ਜੀ ਆਇਆਂ ਨੂੰ ਤੁਹਾਨੂੰ, ਬੜੇ ਲੰਬੇ ਟਾਈਮ ਤੋਂ ਨਾ ਮੈਂ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਸੁਨੇਹਾ ਨਹੀਂ ਦੇ ਸਕਿਆ, ਮਿਲ ਨਹੀਂ ਸਕਿਆ, ਪਰ ਮੇਰੇ ਦਿਲ ਦੀ ਤੁਸੀਂ ਆਵਾਜ਼ ਸੁਣ ਕੇ ਮੇਰੇ ਤੱਕ ਪਹੁੰਚ ਗਏ, ਤੁਹਾਡਾ ਧੰਨਵਾਦ, ਜੀ ਆਇਆਂ ਨੂੰ। ਦੂਜੀ ਗੱਲ, ਸੱਚੇ ਪਾਤਸ਼ਾਹ ਕਿੱਲੇ ਘੜਦਾਂਗਾ। ਸੁਤੇ ਸੁਭਾਅ ਗੁਰੂ ਨਾਨਕ ਸਾਹਿਬ ਨੇ ਵੀ ਟੀਕਾ ਲਾਤਾ, ਕਦੇ ਮਨ ਵੀ ਘੜਦਾ ਕਰ ਜੀ ਜ਼ਰੂਰ। ਇਹ ਨਹੀਂ ਕਿਹਾ ਵੀ ਲੈ ਤੂੰ ਮੈਨੂੰ ਰਾਏ ਦੇਣ ਵਾਲਾ ਕੌਣ ਹੈ ਨਾ। ਅੱਜ ਦੇ ਸਮੇਂ ਮੁਤਾਬਕ ਜੇ ਕਹਿ ਦਈਏ ਨਿਤਨੇਮ ਕਰਿਆ ਕਰ, ਕਹਿੰਦੇ ਜੀ ਨਹੀਂ ਕਰਦਾ ਗਾ। ਨਿਤਨੇਮ ਕਰ ਲਿਆ ਕਰ, ਕਹਿੰਦਾ ਉੱਠਿਆ ਨਹੀਂ ਜਾਂਦਾ ਗਾ। ਅੱਜ ਦੀ ਆਵਾਜ਼ ਆ ਨਾ ਇਹ। ਨਾਨਕ ਕਹਿੰਦਾ ਕਦੇ ਮਨ ਵੀ ਘੜਿਆ ਕਰ। ਮਨ ਘੜਨ ਤੋਂ ਭਾਵ ਕਦੇ ਰੱਬ ਨੂੰ ਵੀ ਪਰ ਯਾਦ ਬਹੁਤ ਕਰਦਾ, ਥੋੜਾ ਜਿਹਾ ਹੋਰ ਵਧਾ ਦੇ, ਮਿਹਨਤ ਹੋਰ ਵਧਾ ਦੇ ਥੋੜੀ ਜੀ। ਭਾਵ ਸੱਚ ਕਰਕੇ ਜਾਣਿਓ ਵੀ ਨਾਨਕ ਦੀ ਕਹੀ ਹੋਈ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ।
फिर गुरु नानक साहब इस लालो के घर विच विराजे। एक दिन नहीं, 2 दिन नहीं, कई दिन रहे। फिर इसे ही धरती का वरतांत होर की हैगा, आपां नूं पता मलक भागो दे घर जाण वाला। इत्थे लालो दे घर ही तलंग महला पहला गुरबाणी उचारण की है ना। किन्ने भागां वाले वो थां ने है ना, जिथे दुनी चंद के दरवाजे ते गुरु साहब ने आसा दी वार उचारण की। लालो दे घरे शब्द उचारण किया, जैसी मैं वै खसम की बाणी तैसड़ा करी ज्ञान वे लालो पाप की जंज ले। दूजी मिलनी ते पाठ उचारण किया है। हुण सच्चे पातशाह जी ने इत्थे भाव पता लग्या भी नानक पहुंचेगा, मेरे घर दे विच पकवान बने ने, हर कोई आके छक के जावे। पर छकण वालियां दे विचों वो नानक भी आ, पर नानक नूं सुनेहा दिता तू भी छक जा, ते छकण नहीं आयागा। फिर सुनेहा दिता, फिर भी नहीं आया। फिर हुक्म की कीता भी उहनूं धक्के नाल खिच लियाओ। कौन है अजिहा व्यक्ति जिहड़ा आ नहीं रहागा। चलो गुरु साहब जी नूं तीसरी बार सुनेहा दिता, चल पे। लालो भी चला गया, मरदाने समेत गुरु नानक साहब भी चले गए। तो हुण उत्थे कारण पुछया भी पहलां 2 सुनेहे दिते, तू मेरे घर विच क्यों नहीं आया, की गल भोजन छकण नहीं आया। गुरु साहब कहते जी छक लिया, लोड़ नहीं सी सानूं। मालक कहंदा ले कमाल दी गल आ, तैनूं किवें ना लोड़ पवे भोजन दी। मेरे घर दे विच 36 प्रकार का भोजन बनया, खीर माल पूड़े तरह तरह के पकवान बने ने। लोग तो दूरों दूरों चल के आउंदे ने, तू कह रहा मैं छक लिया। कित्थे छक लिया? मरदाने दे अपने लालो दे घर। हुण लालो कहंदा शूदर दे घर तू भाव भोजन किवें छक लिया? कहंदा ये तो साडा पासे कीता होया हैगा। गुरु साहब जी कहंदे ना, जिन्हां नूं पासे कीता ना, असल मेरी लिहाज मेरी जारी उन्हां नाल आ, मेरी जारी उन्हां नाल आ जिन्हां नूं तू पासे कीता हैगा। असल दे विच ये शूदर का भोजन नहीं, इस भोजन विच तां मैनूं अमृतमई दुध का स्वाद आया। हुण मलक भागो भटक गया, क्योंकि गुरु नानक साहब का गल करन दा तरीका ना, उन्हां दा लहजा, उन्हां दा गलबात करन दा आगाज वो वखरा हैगा। हुण पहिलां मलक भागो नूं छेड़ लिया भी इहनूं बुलवाइए। बोलिया, कहंदा लै रुखां रोटियां जो तैनूं अमृत दुध का स्वाद आवेगा, तैनूं किहो जिहा स्वाद आवेगा, मेरियां रोटियां छक के देख, मेरे पूड़े छक के वेख। उत्थे तू गंढे चार दे नाल भोजन छकिया, रुखा मिस्सा भोजन छकिया गा, जूठा घूठा भोजन छकिया होगा। इहदे घरे की है शूदर दे? ये तो आप लोगों का निक्का निक्का काम करके भोजन छकदा, पर है कमला। ये मेरे घर दे विच नहीं आउंदा। गुरु साहब कहंदे जिन्हों कमला कहना ना, जिन्हों पागल कहना, असल दे विच गल दे विच पाई ही नहीं लेता। मैनूं तेरे वर्गिਆਂ दे गल च नहीं पैंदा। मैं इसे ने मेरा दिल जित्तिया गा, जिन्हों तू कहना है पागल हैगा। चलो कहण तो भाव काफ़ी गल्लां होण तो बाद नानक कहंदा चल मलक बहुता नहीं इस गल दे वल जाईदा, इउं कर असीं तेरा भोजन भी छक लैने आ, ते जिस लालो दे भोजन नूं तू निंद रहा ना, माड़ा कह रहा, आपां लालो दे घरे एक अद्धा टुकड़ा पिया होगा, उहदा भोजन ही मंगा लैने आ, दोने भोजन ही मंगा लैने आ। फिर मैं तुहानूं दस दूंगा छकण वेले इत्थे ही दस दूंगा किहदा भोजन स्वाद आ, तेरा भोजन स्वाद आ जां लालो दा भोजन स्वाद आ। हुण इत्थे जदों गुरु साहब ने दोनों पासों भोजन मंगवाया ना, तो मन्निया जांदा गा, वो आपां एक फोटो वेखदे ने, एक पासे बाबे नानक ने भोजन नूं फड़ के, रोटी नूं फड़ के घुट्टिया ते दुध की धार पै रही आ, ते दूजे पासे भोजन नूं फड़ के घुट्टिया, उधरों खून की धार पै रही है। वैसे आपां फोटो नूं सच नहीं मनना गा, इदां ना ही दुध निकले रोटी दे विचों ते ना ही माल पूड़ियां दे विचों किसी दी रोटी विचों खून निकले। ये एक दृष्टांत सी, एक हवाला सी। किहड़ा हवाला सी? तेरी रोटी दे विच गरीबां दे हौंके ने, तेरी रोटी दे विच गरीबां दा खून आ, तेरी रोटी दे विच ना गरीबां दियां है दियां आवाज़ां ने। ते लालो दी रोटी एक किरत दी रोटी आ, ये रुखी रोटी नहीं। फरीदा रुखी सुखी खाए कै, ठंडा पानी पीओ, वेख पराई चौपड़ी ना तरसाए जियो। साडी जीव ते तां वाला कंट्रोल आ, असीं किसी दियां ना चौपड़ियां वेख के लाला नहीं सुट देगे। पर यह गल जरूर देखनी को बाबा नानका तेरे विच किड्डा वड्डा सबर आ ना, सानू तो पखंडियां ने ना जलेबियां ते ला लिया, वाहिगुरू भला करे। सानू पखंडियां ने ना माल पूड़ियां ते खीर ते ला लिया, कहण दी देर आ भी अज फलाने बाबे ने भाई ना देसी घ्यो दीयां जलेबियां बनाईयां ने, असीं नहीं संधान संधून देखदे गे, असीं तो उत्थे ही वग जाने, असीं नहीं वेखदे कि भी की सिद्धांत आ बाबे नानक दा। ना ये है तो पुछ लो भी जिहड़ियां माल पूड़े देसी घ्यो दे बने ने, ये किहदी कमाई दे बने ने? 2 नंबर की कमाई दे बने कि 1 नंबर की कमाई दे बने? पर सच्चाई ये आ 1 नंबर की कमाई दे
देसी घ्यो के माल पूड़े नहीं बन सकते। हाँ, अपने परिवार में रहिंदियां हक हलाल की कमाई करनी, दब के वाह रज के खा दा कॉन्सैप्ट है ना, चंगी खा वधिया खा कोई चक्कर नहीं गा, पर 2 नंबर की कमाई ना होवे। कहण तो भाव उत्थे गुरु नानक साहब ने एक 2 फुलकियां दे विचों ना दृष्टांत दे दिता, तेरी रोटी विच झूठ है ते लालो दी रोटी विच सच है। दोनों पासों गुरु साहब ने दुध ते खून का वरतांत दे के दिखा दिता। मलक भागो का हंकार आ जिहड़ा वो चकनाचूर हो गया। हुण अपना सिर ना नानक के पैरों में धर दिता। इत्थे मनना पऊगा वो हंकारी लोग भी जिहड़े पुट्ठा बोलते सी ना, साडे नालों किन्ने चंगे सी, जिहड़े नानक की गल सुन के मन गए। असीं तां सुन भी रहे हैं ते मन भी नहीं रहे, 2 काम कर रहे हैं, सुन भी रहे हैं मन भी नहीं रहे। हुण नानक ने की कहा, सॉरी मलक ने की कहा, कहंदा पातशाह हुण की करा मैं, ये सारी मेरी माया तुसीं लै जाओ ना, हुण सारी तुसीं लै जाओ ते तुसीं वंड दो जाके जिथे जिथे वंडने, जिथे जिथे लोड़ आ। हुण गुरु नानक साहब कहंदे तेरी खून की कमाई कतर की हुई आ, असीं लोकां विच वंडीए, ये नहीं हो सकता। जिवें तू लोकां तो खो के लिया ना, जिवें तू लोकां तो लुट की है, लुट मचाई आ, इवें जिवें अपने हत्थां दे नाल ये कमाई वंड के आ, ये वंड के आ सारा धन दौलत। सच्चाई आ भी गुरु नानक साहब के कहे अनुसार मलक ने जिन्नी 2 नंबर की कमाई की आ, सारी लोगों के जाके वंडी। जिन्ना हत्थां नाल खो के लिया ना, उन्हां हत्थां नाल जाके वो कमाई वंडी आ। अज बड़ा कहना सौखा जी, अज तो बाद मैं अपने डेरे में रहिंदा होया ना किसी का गल नहीं घोटदा, कहता मैं कहता, उस तो बाद की हो गया, अज तो बाद मैं गुरु नानक साहब के उपदेश मुताबक चलांगा। पर गुरु नानक साहब का अगला उपदेश की आ, इदू बाद तो ठगियां छड्डतियां, ते जिहड़ियां इदू पहलां मारियां सी उन्हां दा करेगा, उन्हां दा करेगा। वो दोबारा अपने हत्थां दे नाल ना मलक तो सिक्ख्या लैके वंड के आ लोकां च, तां लोकां नूं पता लगे भी जिहने कल हत्थां दे नाल लुੱਟ मचाई सी ना, अज वो उन्हां हत्थां दे नाल वंडदा फिरदा। भाई अज तो बाद इहनूं बख्श दो, अज तो बाद इहदे नाल आपां किसी तरह की बद सलूकी नहीं करनी। सारे कहते हैं अज तो बाद तो भाई मैं अपना पिछला जीवन छड्डता, काहनूं छड्डिआगा, पिछले जीवन का जिन्ना बुरे कर्म कीते ना वो लोगों तो जाके माफ़ी मंग, फिर किते जाके सुधार होवेगा, इवें नहीं होवेगा। चलो कहण तो भाव मलक भागो ते धन गुरु नानक देव महाराज जी ने लालो दा जो जीवन है वो साडे सामने पेश करके उहदे विचों सानूं सिक्ख्या दित्ती। हक हलाल की कमाई वो करनी चाहिए आ। 2 नंबर की कमाई नूं गुरु नानक साहब मानता नहीं देंदे। घाल कमाई हक ते हलाल दी। हुण गुरु साहब जी ने सानूं गुरबाणी दे विच भी सिद्धांत दिता, घाल खाए किश हथों दे, नानक राह पछाणै से। ते गुरु साहब जी ने कहता हक पराया नानका, उस सुअर उस गाई, गुर पीर हम तो भाव गवाही हामी, तां भरे जां तो भाव जे आपां मुरदार ना खाए, भाव किसी की कमाई ना खाइए, तां गुरु साहब साडे नाल खड़े ने। फिर गुरु मेरा संग सदा है नाले, फिर गुरु मेरा मेरे हर वक्त संग है। फिर इस तो बाद धन गुरु नानक देव महाराज ये पहली प्रचारक दौरे तो वापस तलवंडी विखे पहुँचते हैं। उस टाइम ते धन गुरु नानक देव महाराज जी के बाप की उम्र 65 साल ते माता की उम्र 63 साल हो चुकी है। तो उस टाइम तो बुढ़ेपा जिहड़ा शरीर ते वो आ चुकिया है। तो हुण बुढ़ेपे दे विच मापियां दा की अंदरों ख्याल हुंदा, अपनी औलाद दे परथाए वो आपां गुरु किरपा करे अगले समय विच सरवण करांगे। इत्थे अज दी विचार समाप्त। बोलदे तो अखर वध घट रह जांदा, गुरु ते गुरु की संगत बख्शणयोग है। सब दा धन्नवाद। वाहिगुरू जी का खालसा, वाहिगुरू जी की फतेह। राम कली महला तीजा, आनंद एको।